ਹਮਦਰਦ ਟੀਵੀ ਤੇ ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ, ਮੈਂ ਹਮਨਦੀਪ ਸਿੰਘ। ਦੋਸਤੋ, ਕਰੋਨਾ ਦੀ ਦਸਤਕ ਤੋਂ ਪਹਿਲਾਂ ਅਸੀਂ ਕਦੇ ਵੀ ਕੱਪੜੇ ਲੈਣ ਕੱਪੜੇ ਦੇ ਸ਼ੋਰੂਮ ਦੇ ਵਿੱਚ, ਕੱਪੜੇ ਦੀ ਦੁਕਾਨਾਂ ਦੇ ਵਿੱਚ ਜਾਂਦੇ ਸੀ ਤਾਂ ਉੱਥੇ ਟਰਾਈ ਰੂਮ ਬਣੇ ਹੁੰਦੇ ਸੀ। ਅਸੀਂ ਟਰਾਈ ਕਰਕੇ ਪਾਉਣ ਵਾਲਾ ਕੱਪੜਾ ਲੈਂਦੇ ਸੀ। ਜੁੱਤੇ ਲੈਣ ਜਾਂਦੇ ਸੀ ਤਾਂ ਜੁੱਤੇ ਪਾ ਕੇ ਵੇਖਦੇ ਸੀ। ਪਰ ਕਰੋਨਾ ਦੇ ਆਉਣ ਦੇ ਨਾਲ ਬਹੁਤ ਸਾਰੇ ਕਾਰੋਬਾਰ ਨੇ ਜਿਹੜੇ ਉਹਨਾਂ ਦੇ ਵਿੱਚ ਤਬਦੀਲੀਆਂ ਆਈਆਂ ਨੇ। ਹਦਾਇਤਾਂ ਮਿਲੀਆਂ ਨੇ ਸਰਕਾਰ ਦੀਆਂ ਕਿ ਟਰਾਈ ਨਹੀਂ ਕਰਾਉਣਾ। ਕੀ ਹਦਾਇਤਾਂ ਨੇ, ਕੀ ਸਾਰਾ ਕੁਝ ਹੈ ਉਹ ਫੋਲੋ ਕਰ ਰਹੇ ਨੇ। ਅੱਜ ਅਸੀਂ ਖਾਸ ਤੌਰ ਦੇ ਉੱਤੇ ਇਸ ਟੌਪਿਕ ਨੂੰ ਲੈ ਕੇ ਪਹੁੰਚੇ ਹਾਂ ਜੀ। ਸੈਕਟਰ 17 ਚੰਡੀਗੜ੍ਹ ਦੇ ਵਿੱਚ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਇੱਥੋਂ ਦੇ ਸ਼ੋਰੂਮ ਮਾਲਕਾਂ ਦੇ ਨਾਲ, ਇੱਥੋਂ ਦੇ ਵਰਕਰਸ ਦੇ ਨਾਲ ਕਿ ਕਿਵੇਂ ਕਸਟਮਰਸ ਦਾ ਰੁਝਾਨ ਕਿਵੇਂ ਦਾ ਹੈ। ਕਿਉਂਕਿ ਕਈਆਂ ਨੂੰ ਜਿਹੜਾ ਹੈ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਹੈ ਉਹ ਕਰੋਨਾ ਦੀ ਲਾਗ ਨਹੀਂ ਲੱਗੀ। ਇਹ ਰੱਬ ਦਾ ਸ਼ੁਕਰ ਹੈ। ਪਰ ਜਿਹੜਾ ਕਰੋਨਾ ਦਾ ਸਹਿਮ ਹੈ ਉਹ ਦਿਮਾਗ ਦੇ ਵਿੱਚ ਵੜ ਚੁੱਕਿਆ ਹੈ। ਕਰੋਨਾ ਦਾ ਡਰ ਜਿਹੜਾ ਹੈ ਉਹ ਦਿਮਾਗ ਦੇ ਵਿੱਚ ਵੜ ਚੁੱਕਿਆ ਹੈ। ਇਹਤਿਆਤ ਬਹੁਤ ਜ਼ਰੂਰੀ ਨੇ, ਪ੍ਰੀਕਾਸ਼ਨਸ ਲੈਣੇ ਬਹੁਤ ਜ਼ਰੂਰੀ ਨੇ। ਪਰ ਜਿਵੇਂ ਕਹਿੰਦੇ ਹੁੰਦੇ ਆ, ਜੇ ਜਾਨ ਹੈ ਤਾਂ ਜਹਾਨ ਹੈ। ਪਰ ਜਹਾਨ ਵੀ ਇੰਪੋਰਟੈਂਟ ਹੈ, ਜਹਾਨ ਨੂੰ ਵੀ ਅਸੀਂ ਬਚਾਉਣਾ ਹੈ। ਆਓ ਚੱਲਦੇ ਹਾਂ, ਵੇਖਦੇ ਹਾਂ ਕਿ ਕਿਵੇਂ ਦਾ ਰੁਝਾਨ ਹੈਗਾ। ਕਿਉਂਕਿ ਜਿਵੇਂ ਸਿੱਖਿਆ ਨੂੰ ਅੱਗੇ ਤੋਰਨ ਦੇ ਲਈ ਆਨਲਾਈਨ ਕਲਾਸਿਸ ਦਾ ਪ੍ਰਬੰਧ ਕੀਤਾ ਗਿਆ, ਇੱਕ ਆਲਟਰਨੇਟ ਚੁਣਿਆ ਗਿਆ, ਇੱਕ ਵਿਕਲਪ ਚੁਣਿਆ ਗਿਆ। ਸੋ ਕਿਸ ਤਰੀਕੇ ਦਾ ਵਿਕਲਪ ਹੈਗਾ ਜਿਹੜਾ ਉਹ ਇਹ ਲੋਕ ਚੁਣ ਰਹੇ ਨੇ ਹੁਣ, ਜਿਨ੍ਹਾਂ ਦੀ ਕੱਪੜੇ ਦੀ ਦੁਕਾਨਾਂ ਨੇ, ਜਿਨ੍ਹਾਂ ਦੇ ਜੁੱਤੇ ਦੇ ਸ਼ੋਰੂਮ ਨੇ, ਜਿਨ੍ਹਾਂ ਦੇ ਮਠਿਆਈ ਦੀ ਦੁਕਾਨਾਂ ਨੇ। ਆਓ ਗੱਲ ਕਰਦੇ ਹਾਂ। ਸੋ ਦੋਸਤੋ, ਇਸ ਵਕਤ ਅਸੀਂ ਬਾਹਰ ਖੜੇ ਹਾਂ ਜੀ ਪਿਊਮਾ ਦੇ ਸ਼ੋਰੂਮ ਦੇ। ਆਓ ਚੱਲ ਕੇ ਅੰਦਰ ਗੱਲ ਕਰਦੇ ਹਾਂ। ਨਮਸਕਾਰ ਸਰ। ਨਮਸਕਾਰ। ਤੁਹਾਡਾ ਨਾਮ ਸਰ? ਨੌਮਿਸ਼। ਸੋ ਨੌਮਿਸ਼ ਜੀ, ਜਿਵੇਂ ਅਸੀਂ ਵੇਖ ਰਹੇ ਹਾਂ ਪਿਊਮਾ ਦਾ ਸ਼ੋਰੂਮ ਹੈਗਾ ਇਹ, ਤੇ ਕਿਸ ਤਰੀਕੇ ਦੀਆਂ ਗਾਈਡਲਾਈਨਸ ਤੁਹਾਨੂੰ ਸਰਕਾਰ ਵੱਲੋਂ ਮਿਲੀਆਂ ਨੇ ਜਿਹੜੀ ਤੁਸੀਂ ਫੋਲੋ ਕਰ ਰਹੇ ਹੋ? ਅਸੀਂ ਖਾਸ ਤੌਰ ਦੇ ਉੱਤੇ ਇਸ ਦੇ ਉੱਤੇ ਫੋਕਸ ਆ ਸਾਡਾ ਅੱਜ ਦਾ ਜਿਹੜਾ ਟੌਪਿਕ ਹੈਗਾ ਕਿ ਪਹਿਲਾਂ ਜਿਹੜੇ ਸੀਗੇ ਟਰਾਈ ਰੂਮ ਬਣੇ ਹੁੰਦੇ ਸੀਗੇ, ਕਸਟਮਰਸ ਆਉਂਦੇ ਸੀ ਉਹ ਟਰਾਈ ਕਰਕੇ ਕੱਪੜਾ ਲੈਂਦੇ ਸੀਗੇ ਪਾਉਣ ਵਾਲਾ, ਕਿ ਹੁਣ ਵੀ ਉਹ ਇਸ ਤਰੀਕੇ ਦਾ ਰੁਝਾਨ ਜਾਰੀ ਹੈ? मैं हिंदी में जवाब देता हूँ। एक्चुअली चेंजेस काफ़ी आ गया है, जिसमें कस्टमर्स को हम जो ट्राई कर रहे हैं कि कस्टमर्स ट्राई ना करें, वो अपने घर में जाके भी ट्राई कर सकते हैं। और मोस्टली ऐसा रहता है कि कस्टमर्स को पता होता है कि उनको साइज़ क्या आ रहा है, तो उनका जो पर्टिकुलर साइज़ है उस हिसाब से वो लेके जा रहे हैं। ट्राई करना हमने थोड़ा रिड्यूस कर दिया है। और मेजर्स वगैरह देखोगे तो हम थर्मोमीटर यूज़ कर रहे हैं, सैनिटाइजर्स यूज़ कर रहे हैं वहाँ पर। मैं आपको दिखा देता हूँ। जैसे थर्मोमीटर है, हम चेक करते कस्टमर्स का जो आते हैं, सैनिटाइज करते हैं। हमने मास्क रखा हुआ है स्पेशली। बाकी कस्टमर्स के सारे डिटेल रहते हैं यहाँ पे कि वो किस टाइम पे आए हैं, उनका टेम्परेचर क्या है, उनका मोबाइल नंबर। इन केस कोई बीमार हो जाए, कुछ हो जाए, तो हमारे पास डिटेल रहती है। और जो स्ट्रिक्ट गाइडलाइन हमारे लिए है, कस्टमर जिनका क्या बोलते हैं टेम्परेचर 99.1 है, हम उनको अलाउ नहीं करते स्टोर पे। और तभी आप देख सकते हैं पर्टिकुलर जोन्स बनाए हुए हैं हमने यहाँ पे बॉक्सेस, सोशल डिस्टेंसिंग को ध्यान में रखते हैं। ਸੋ ਤੁਸੀਂ ਵੇਖ ਸਕਦੇ ਆ ਇੱਥੇ ਜੋਨਸ ਵੀ ਬਣਾਏ ਨੇ, ਇਹਨਾਂ ਨੇ ਮਾਰਕ ਕੀਤਾ ਹੋਇਆ ਰੈਡ टेप ਦੇ ਨਾਲ फ्लोर ਦੇ ਉੱਤੇ। सर लेकिन मुझे एक बात है, आपने मेरा टेम्परेचर नहीं चेक किया या सर का चेक नहीं किया? उस टाइम इसलिए नहीं चेक किया था क्योंकि आप लोग बिजी थे। इसके बाद मैंने आपका चेक करना था, आपके सारे डिटेल भी रखनी थी मैंने अपने पास। सो ट्राई अभी प्रशासन की तरफ से, गवर्नमेंट की तरफ से नहीं कोई इंस्ट्रक्शंस आई? से आगे रेस्ट्रिक्शन मॉल स्टोर्स में है कि ट्राई करना बिल्कुल ही मना है। आप ट्रायल नहीं कर सकते हो मॉल स्टोर में। यहाँ पे कि एक्सेप्शनल आपको पता है, एक दो कस्टमर होते हैं ऐसे जो नहीं मानते हैं, तो इतना है। बाकी ऑलमोस्ट हमने एक सैनिटाइजर वहाँ पे भी रखा है ट्रायल रूम के पास। पर जितना भी है हम लोग ट्राई नहीं कराते हैं। और जो कस्टमर्स ट्राई कर रहे हैं और लेके नहीं जा रहे हैं, हमने एक स्पेशल क्वारंटाइन बॉक्स बनाया हुआ है। 24 घंटे के लिए कपड़े वहीं पे रहते हैं क्वारंटाइन बॉक्स में। उसके बाद फिर हम उसको जिफी करके वापस डिस्प्ले करते हैं। आप वो दिखा सकते हैं बॉक्स? ਸੋ ਦੋਸਤੋ, ਸਰ ਦੱਸ ਰਹੇ ਨੇ ਕਿ ਜਿਹੜੇ ਲੋਕੀ, ਕਈ ਕਸਟਮਰਸ ਇੱਦਾਂ ਦੇ ਵੀ ਹੁੰਦੇ ਆ, ਉਹ ਕਹਿੰਦੇ ਨਹੀਂ ਅਸੀਂ ਟਰਾਈ ਕਰਨਾ ਹੀ ਕਰਨਾ ਹੈ, ਪਰ ਉਹ ਕੱਪੜਾ ਲੈ ਕੇ ਨਹੀਂ ਜਾਂਦੇ, ਖਰੀਦਦੇ ਨਹੀਂ ਨੇ। ਸੋ ਉਹ ਜਿਹੜਾ ਕੱਪੜਾ ਹੈਗਾ ਜਿਹੜਾ ਖਰੀਦਿਆ ਨਹੀਂ ਜਾਂਦਾ, ਉਹ ਸਪੈਸ਼ਲ ਜਿਹੜਾ ਹੈਗਾ ਇੱਥੇ ਬਾਕਸ ਬਣਾਇਆ ਗਿਆ। ਸੋ ਇਹ ਬਾਕਸ ਹੈਗਾ ਸਰ? ਠੀਕ ਹੈ। ਸੋ ਕੱਪੜਿਆਂ ਨੂੰ ਵੀ ਕੁਆਰੰਟਾਈਨ ਕੀਤਾ ਗਿਆ ਹੈ। ਔਰ ਸਰ ਨੇ ਦੱਸਿਆ ਕਿ 24 ਘੰਟੇ ਦੇ ਲਈ ਕੱਪੜਾ ਜਿਹੜਾ ਹੈ ਉਹ ਇੱਥੇ ਪਿਆ ਰਹਿੰਦਾ ਹੈ। ਉਸ ਤੋਂ ਬਾਅਦ सर उसके बाद उसको कपड़ा करते जिफी बोलते हैं। जैसे मशीन लगे तो उसमें जो गर्म हवा रहती है, भाप, वो उससे प्रेस करती है उसको, तो जितने भी जर्म्स वगैरह वो भी मर जाते हैं। आप दिखा सकते हैं वो भी?
कराए थे, जैसे स्विच ऑन करोगे आप देखोगे जो इसकी यहाँ अंदर पानी रहता है उसकी स्टीम की वजह से इसमें भाप आने लगती है, तो उस भाप की वजह से हम इसको आयन करते हैं, क्योंकि पहले घर में क्या होता है दूसरा वाला होता है उसमें स्टैंड, पर ऐसे स्टोर के लिए हमारे पास ये पर्टिकुलर जिफी होती है, इसमें हम यहाँ पे कपड़ा लटका के फिर उसको पर्टिकुलर जिफी करते हैं, ये प्रोसीजर रहता है इसका। बाकी मैं आपको थोड़ी देर में बता दूंगा इसका कैसा रहता है। सर जो मैं देख रहा हूँ यहाँ पे टेम्परेचर भी आपने थोड़ा इतना नहीं, पहले हम देखते थे कि काफ़ी ज़्यादा टेम्परेचर जो है वो ठंडा होता था, कूल होता था जो शोरूम्स वगैरह हैं। अब मैं देख रहा हूँ कि इतनी आपने जो है जो टेम्परेचर है इतना लो नहीं किया हुआ, टेम्परेचर ठीक है, नॉर्मल टेम्परेचर रखा हुआ है। ये भी कोई खास वजह कोरोना की वजह से? कुछ नहीं है, हमने बेसिकली क्या है कि जिन कस्टमर के आप देखोगे टेम्परेचर ज़्यादा रहते हैं, अंदर आ जाते हैं एसी में, एसी बहुत ज़्यादा चिलिंग होता है, तो एग्जैक्ट टेम्परेचर नहीं पता लगता कस्टमर का, तो इसलिए हमने इसको नॉर्मल रूम टेम्परेचर में रखा है, ताकि मैं आपका टेम्परेचर जो है नॉर्मल मुझे पता लग सकता है अगर मैं आपका मेजर करूँगा तो ये रहता है। जी। सो ਤੁਸੀਂ ਵੇਖ ਸਕਦੇ हैं जी, ऐसा रहता है ये आपने निकाला, आपने इसको ऐसे जिफी करना है बस, तो इससे क्या है गर्म स्टीम है आपका, सारे जर्म्स भी मर जाते हैं और आपका ये आयन भी हो जाता है और आपका क्वारंटाइन का जो 24 आवर्स है वो प्रोसीजर भी खत्म हो जाता है, तो वो रहता है। ਸੋ ਇਸ ਵਕਤ ਅਸੀਂ ਪਹੁੰਚੇ ਹੋਏ ਸੀ ਜੀ ਚੰਡੀਗੜ੍ਹ ਸੈਕਟਰ 17 ਦੇ ਪਿਊਮਾ ਦੇ ਸ਼ੋਰੂਮ ਦੇ ਵਿੱਚ, ਜਿੱਥੇ ਜਿਹੜੀ ਹਦਾਇਤਾਂ ਨੇ ਉਹਦਾ ਬਖੂਬੀ ਪਾਲਣ ਕੀਤਾ ਜਾ ਰਿਹਾ ਹੈ ਔਰ ਆਪਣੇ ਤੌਰ ਦੇ ਉੱਤੇ ਵੀ ਇਹ ਇਹਤਿਆਤ ਵਰਤੇ ਜਾ ਰਹੇ ਨੇ। ਸਪੈਸ਼ਲੀ ਜਿਹੜਾ ਹੈ ਉਹ ਕਸਟਮਰਸ ਦਾ ਵੀ ਟੈਂਪਰੇਚਰ ਨੋਟ ਕੀਤਾ ਜਾ ਰਿਹਾ ਹੈ, ਨਾਮ ਵਗੈਰਾ ਫੋਨ ਨੰਬਰ ਵੀ ਨੋਟ ਕੀਤਾ ਜਾ ਰਿਹਾ ਹੈ ਔਰ ਸਪੈਸ਼ਲੀ ਜਿਹੜਾ ਹੈ ਉਹ ਕੱਪੜਿਆਂ ਨੂੰ ਵੀ ਕੁਆਰੰਟਾਈਨ ਕੀਤਾ ਹੋਇਆ ਜਿੱਦਾਂ ਸਰ ਨੇ ਦੱਸਿਆ। ਬਹੁਤ ਬਹੁਤ ਥੈਂਕ ਯੂ ਸਰ। ਸੋ ਦੋਸਤੋ ਹੁਣ ਇਸ ਵਕਤ ਅਸੀਂ ਪਹੁੰਚੇ ਹੋਏ ਹਾਂ ਵੈਲਡਨ ਆਪਟੀਸ਼ੀਅਨਸ ਦੇ ਸ਼ੋਰੂਮ ਦੇ ਬਾਹਰ, ਤੇ ਜਿਵੇਂ ਤੁਸੀਂ ਵੀ ਜਾਣਦੇ ਆ ਕਿ ਅਸੀਂ ਜਦੋਂ ਵੀ ਕੋਈ ਗੋਗਲਸ ਚਸ਼ਮਾ ਖਰੀਦਣ ਜਾਂਦੇ ਆ ਤਾਂ ਚਸ਼ਮਾ ਲਾ ਕੇ ਵੇਖਦੇ ਜ਼ਰੂਰ ਆ। ਸੋ ਕਿਸ ਤਰੀਕੇ ਦੀਆਂ ਇੰਸਟਰਕਸ਼ਨਸ ਇਹ ਲੋਕ ਫੋਲੋ ਕਰ ਰਹੇ ਆ, ਆਓ ਜਾਣਦੇ ਹਾਂ। ਸਤਿ ਸ਼੍ਰੀ ਅਕਾਲ ਸਰ। ਸਰ ਕਿਸ ਤਰੀਕੇ ਦੀਆਂ ਇੰਸਟਰਕਸ਼ਨਸ ਤੁਸੀਂ ਫੋਲੋ ਕਰ ਰਹੇ ਹੋ ਕਿ ਅਸੀਂ ਵੇਖਦੇ ਹਾਂ ਕਿ ਜਦੋਂ ਵੀ ਕਸਟਮਰ ਆਉਂਦਾ ਹੈ ਤੇ ਜਦੋਂ ਵੀ ਖਾਸ ਤੌਰ ਦੇ ਉੱਤੇ ਅਸੀਂ ਕੋਈ ਚਸ਼ਮਾ ਗੋਗਲਸ ਲੈਣੇ ਹੁੰਦੇ ਆ ਤੇ ਲਾ ਕੇ ਅਸੀਂ ਜ਼ਰੂਰ ਵੇਖਦੇ ਹਾਂ ਕਿ ਸਾਡੇ ਚਿਹਰੇ ਦੇ ਉੱਤੇ ਕਿੱਦਾਂ ਫਿੱਟ ਆਉਂਦਾ, ਕਿੱਦਾਂ ਸਾਡਾ ਚਿਹਰਾ ਜਿਹੜਾ ਲੱਗਦਾ, ਤੇ ਕਿਸ ਤਰੀਕੇ ਦੇ ਇੰਸਟਰਕਸ਼ਨਸ ਤੁਸੀਂ ਫੋਲੋ ਕਰ ਰਹੇ ਹੋ, ਕਿਵੇਂ ਆਪਣਾ ਵੀ ਬਚਾਅ ਰੱਖ ਰਹੇ ਹੋ ਤੇ ਕਸਟਮਰਸ ਦਾ ਵੀ? ਸਰ ਸਾਰਾ ਕੁਝ ਸੈਨੀਟਾਈਜ਼ ਹੁੰਦਾ, ਅੱਜ ਸਵੇਰੇ ਵੀ ਸਾਰੀ ਸੈਨੀਟਾਈਜੇਸ਼ਨ ਹੋ ਰਹੀ, ਸੋ ਇਟ ਇਜ਼ ਡਨ ਟਵਾਈਸ ਇਨ ਅ ਵੀਕ। ਰੈਸਟ ਜਿਹੜਾ ਵੀ ਟਰਾਈ ਹੋਏਗਾ ਉਹ ਸਾਰਾ ਵਾਪਸ ਜਾਏਗਾ, ਇਟ ਇਜ਼ ਕੈਪਟ ਇਨ ਸੈਪਰੇਟ ਟ੍ਰੇਸ, ਫਿਰ ਸੈਨੀਟਾਈਜ਼ ਹੋ ਕੇ ਦੁਬਾਰਾ ਵਿੰਡੋਜ਼ 'ਚ ਆਉਂਦਾ। ਸਰ ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਜੇ ਕੋਈ ਪਾ ਲੈਂਦਾ ਹੈ, ਚੈੱਕ ਕਰਦਾ ਹੈ, ਤੇ ਉਹਨੂੰ ਫਿਰ ਤੁਸੀਂ ਸੈਪਰੇਟ ਰੱਖਦੇ ਹੋ, ਉਹ ਤੁਸੀਂ ਵਿਖਾ ਸਕਦੇ ਹੋ ਸਰ ਕਿੱਥੇ ਹੈਗਾ ਤੁਹਾਡਾ ਉਹ ਸਿਸਟਮ ਸੀ, ਟਰੇ ਕਿਹੜੀ ਲਾਈ ਹੋਈ ਆ? ਫਿਰ ਹਲੇ ਉਹ ਸੈਨੀਟਾਈਜੇਸ਼ਨ ਸਾਫ਼ ਹੋ ਰਹੀ ਹੈ, ਤੁਸੀਂ ਥੋੜੀ ਦੇਰ ਤੱਕ ਆ ਕੇ ਦਿਖਾ ਦਾਂਗੇ। ਸਰ ਹਲੇ ਉਹ ਨਹੀਂ ਵਿਖਾ ਨਹੀਂ ਸਕਦੇ, ਪ੍ਰੋਸੈਸ ਵਗੈਰਾ ਅਸੀਂ ਕਵਰ ਕਰਨਾ ਚਾਹੁੰਦੇ ਸੀ ਤਾਂ ਕਿ ਲੋਕਾਂ ਦੇ ਐਕਚੁਅਲੀ ਅਸੀਂ ਚਾਹੁੰਦੇ ਹਾਂ ਕਿ ਲੋਕਾਂ ਦਾ ਜਿਹੜਾ ਭਰਮ ਹੈਗਾ, ਵਹਿਮ ਹੈਗਾ, ਜਿਹੜਾ ਉਹਨਾਂ ਦੇ ਅੰਦਰ ਦਿਮਾਗ ਦੇ ਵਿੱਚ ਕਈਆਂ ਦੇ ਬਹੁਤ ਜ਼ਿਆਦਾ ਘਰ ਕਰ ਚੁੱਕੀ ਹੈ, ਤੇ ਉਹਨਾਂ ਦਾ ਡਰ ਵੀ ਜਿਹੜਾ ਦੂਰ ਹੋਵੇ। ਜਦੋਂ ਦੀ ਸਫਾਈ ਹੋ ਰਹੀ ਹੋਗੀ ਜਸਟ ਗਿਵ ਅਸ 5 ਮਿੰਟਸ, ਮੈਂ ਕਢਵਾ ਕੇ ਤੁਹਾਨੂੰ ਦਿਖਾ ਦਿੰਦਾ। ਦੱਸੀਏ ਕਿ ਜਿਹੜਾ ਵੀ ਕਸਟਮਰ ਜਿੱਦਾਂ ਤੁਸੀਂ ਵੇਖ ਸਕਦੇ ਆ, ਹੁਣ ਜਿਹੜੇ ਕਸਟਮਰ ਆਉਂਦੇ ਨੇ ਚਸ਼ਮਾ ਬਣਾਉਣ ਵਾਸਤੇ, ਚਸ਼ਮਾ ਲੈਣ ਵਾਸਤੇ, ਗੋਗਲਸ ਲੈਣ ਵਾਸਤੇ, ਉਹ ਹਰ ਇੱਕ ਕਸਟਮਰ ਜਿਹੜਾ ਹੈਗਾ ਉਹ ਆਪਣੇ ਚਿਹਰੇ ਦੇ ਉੱਤੇ ਲਾ ਕੇ ਇੱਦਾਂ ਚੈੱਕ ਕਰਦਾ ਹੈ। ਤੁਸੀਂ ਵੀ ਕਦੇ ਲੈਣ ਗਏ ਹੋਵੋਗੇ ਤਾਂ ਆਪਣੇ ਚਿਹਰੇ ਦੇ ਉੱਤੇ ਲਾ ਕੇ ਚੈੱਕ ਕਰਦੇ ਨੇ, ਪਰ ਜਿਹੜਾ ਉਹ ਚਿਹਰੇ ਦੇ ਉੱਤੇ ਲਾਇਆ ਜਾਂਦਾ ਹੈ ਉਹ ਪੀਸ ਖਾਸ ਤੌਰ ਦੇ ਉੱਤੇ ਉਸ ਨੂੰ ਅਲੱਗ ਰੱਖਿਆ ਜਾਂਦਾ ਹੈ ਤਾਂ ਕਿ ਦੂਸਰਾ ਕੋਈ ਕਸਟਮਰ ਆਵੇ ਉਸ ਪੀਸ ਨੂੰ ਖਾਸ ਤੌਰ ਦੇ ਉੱਤੇ ਉਸ ਪਰਟੀਕੂਲਰ ਪੀਸ ਨੂੰ ਕੋਈ ਯੂਜ਼ ਨਾ ਕਰੇ, ਉਸ ਨੂੰ ਪਹਿਲਾਂ ਸਹੀ ਤਰੀਕੇ ਦੇ ਨਾਲ ਉਸ ਨੂੰ ਸੈਨੀਟਾਈਜ਼ ਕੀਤਾ ਜਾਂਦਾ ਹੈ। ਸੋ ਸਰ ਵਿਖਾ ਰਹੇ ਹਾਂ, ਸਰ ਦੱਸ ਰਹੇ ਨੇ ਕਿ ਉਹ ਸੈਨੀਟਾਈਜ਼ ਹੁਣ ਗਏ ਹੋਏ ਨੇ ਤੇ ਉਹ ਕਿਵੇਂ ਹੁੰਦਾ ਪ੍ਰੋਸੈਸ ਅਸੀਂ ਵਿਖਾਉਣ ਦੀ ਕੋਸ਼ਿਸ਼ ਕਰਾਂਗੇ। ਸਰ ਤੁਸੀਂ ਆਪਣਾ ਬਚਾਅ ਕਿੱਦਾਂ ਰੱਖ ਰਹੇ ਹੋ ਜੀ? सर देखो ਜਿਹੜਾ ਵੀ ਕਸਟਮਰ ਆਉਂਦਾ ਹੈ एक तो ਅਸੀਂ मतलब कि सबसे पहले कि ध्यान रखिएगा कि मास्क मूस्क लगाया उन्होंने पाया है, आपने भी पाया है, ਉਹਦੇ ਬਾਅਦ ਥੋੜਾ ਜਿਹਾ ਡਿਸਟੈਂਸ ਰੱਖੇ ਉਹਨਾਂ ਨੂੰ ਕੋਈ ਫਿਲਮ ਦਿਖਾਉਂਦੇ हैं। ਸਰ ਟੈਂਪਰੇਚਰ ਜਿਹੜਾ ਤੁਸੀਂ ਕਹਿੰਦੇ ਹੋ ਟੈਂਪਰੇਚਰ ਚੈੱਕ, ਇਹ ਥਰਮੋਮੀਟਰ ਇਹ ਰੱਖਿਆ ਹੋਇਆ ਸਰ ਤੁਸੀਂ? ਸਰ ਤੁਸੀਂ ਨੋਟ ਵੀ ਕਰ ਰਹੇ ਹੋ ਕਿ ਕਸਟਮਰ ਦਾ ਜਿਹੜਾ ਹੈਗਾ ਉਹ ਟੈਂਪਰੇਚਰ ਵਗੈਰਾ ਕਿੱਥੇ, ਥੋੜਾ ਡਾਟਾ ਸਾਨੂੰ ਵਿਖਾ ਦਿਓ ਸਰ ਤੁਸੀਂ। ਡਾਟਾ ਤਾਂ ਸਾਰਾ ਕੰਪਿਊਟਰ 'ਚ ਆ ਜਾਏਗਾ ਹੁਣ ਜਿਸ ਤਰ੍ਹਾਂ ਸਰਦਾ ਹੈ, ਸੋ ਹੀ ਇਜ਼ ਮਾਈ ਕਸਟਮਰ, ਸੋ ਇਹਨਾਂ ਦਾ ਸਾਰਾ ਡਾਟਾ ਬਣੇਗਾ, ਇਸ ਫੋਨ ਨੰਬਰ ਐਵਰੀਥਿੰਗ ਵਿਲ ਬੀ ਵਿਦ ਅਸ ਸੇਫ। ਤੇ ਕੀ ਕਹਿਣਾ ਚਾਹੋਗੇ ਜੀ, ਜਿੱਦਾਂ ਕਈਆਂ ਦੇ ਮਨ 'ਚ ਹੁੰਦਾ ਹੈ, ਡਰ ਵੀ ਹੈਗਾ ਕਈਆਂ ਦੇ, ਤੇ ਕੀ ਕਹਿਣਾ ਚਾਹੋਗੇ ਕਸਟਮਰਸ ਨੂੰ, ਪਬਲਿਕ ਨੂੰ ਕੀ ਕਹਿਣਾ ਚਾਹੋਗੇ ਕਿ ਉਹਨਾਂ ਦਾ ਡਰ ਜਿਹੜਾ ਦੂਰ ਹੋਵੇ? Sir, you have to take proper precautions. Now, this is part of you, so we have to live with it. ਜਿੰਨੀ precautions ਲੈ ਲਓਗੇ better ਰਹੋਗੇ, that's safe. ਸਰ ਇੱਥੇ ਇੱਕ ਕਸਟਮਰ ਵੀ ਆਏ ਹੋਏ ਨੇ। ਨਮਸਕਾਰ ਸਰ। नमस्कार, ਕੀ ਨਾਂ ਜੀ ਤੁਹਾਡਾ? अशोक शर्मा ਅਸ਼ੋਕ ਜੀ, ਤੁਸੀਂ ਚਸ਼ਮਾ ਬਣਾਉਣ ਆਏ ਹੋ ਜੀ? जी। ਤੇ ਪਹਿਲਾਂ ਲੋਕਡਾਊਨ ਦੇ ਦੌਰਾਨ ਤੁਸੀਂ ਕੋਸ਼ਿਸ਼ ਕੀਤੀ ਸੀ ਕਿ ਹੁਣੇ ਉਸ ਤੋਂ ਬਾਅਦ ਜਦੋਂ ਦੀ ਸ਼ਾਪਸ ਖੁੱਲੀਆਂ ਉਦੋਂ ਆਏ ਹੋ? नहीं, लॉकडाउन के बाद ही कोशिश की है।
ਲੋੜ ਕਦੋਂ ਮਹਿਸੂਸ ਹੋਈ ਸੀ ਤੁਹਾਨੂੰ? ਲੋਕਡਾਊਨ ਦੇ ਦੌਰਾਨ ਲੋੜ ਮਹਿਸੂਸ ਹੋਈ ਸੀ ਚਸ਼ਮੇ ਦੀ ਨਵੀਂ ਦੀ? यस 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 ਤੇ ਉਹ ਫਿਰ ਤੁਹਾਨੂੰ ਮਿਲਿਆ ਨਹੀਂ ਕੋਈ ਜੁਗਾੜ ਤੁਹਾਡਾ, ਜਾਂ ਕੋਈ ਤੁਹਾਨੂੰ ਮਿਲਿਆ ਨਹੀਂ ਕਿ ਕੋਈ ਸ਼ਾਪ ਖੁੱਲੀ ਹੋਵੇ ਕਿਸੇ ਤਰੀਕੇ ਨਾਲ? हाँ, क्योंकि पता ही नहीं था कि ये दुकानें एसेंशियल्स आइटम में है या नहीं है। तो उस टाइम तो मेडिसिन का ही पता था कि वो तो मिल रही है, बट ग्लासेस का पता नहीं था। ज़रूरत तो उस टाइम भी थी। ਸਰ ਹੁਣ ਜਿੱਦਾਂ ਤੁਸੀਂ ਆਏ ਹੋ, ਕੋਈ ਮਨ 'ਚ ਡਰ ਵੀ ਸੀਗਾ ਕਿ ਮੈਂ ਚਸ਼ਮਾ ਬਣਾਉਣ ਜਾਊਂਗਾ ਤੇ ਉੱਥੇ ਹੋ ਸਕਦਾ ਹੈ ਕਿ ਉੱਥੇ ਬਹੁਤ ਸਾਰੇ ਕਰਿੰਦੇ ਨੇ, ਕਿਉਂਕਿ ਆਮ ਲੋਕਾਂ ਦੇ ਵਿੱਚ ਨਾ ਡਰ ਵੀ ਬਹੁਤ ਹੈ ਇਸ ਚੀਜ਼ ਨੂੰ ਲੈ ਕੇ। ਸੋ ਮੈਂ ਤੁਹਾਡੀ ਮਾਨਸਿਕਤਾ ਜਾਣਨੀ ਚਾਹੁੰਦਾ ਕਿ ਤੁਹਾਡੇ ਮਨ 'ਚ ਡਰ ਸੀਗਾ ਜਾਂ ਨਹੀਂ ਸੀ? ਕੀ ਮਾਨਸਿਕਤਾ ਸੀ ਤੁਹਾਡੀ? नहीं, डर ऐसा तो कोई नहीं है, बिकॉज मुझे तो प्रॉपर प्रिकॉशन लेना है। अगर काउंटर साइड से अगर कोई मास्क पहन के नहीं आ रहा है तो हम तो उनको सेव कर रहे हैं अगर हमने मास्क लगाया हुआ है, बट अगर उन्होंने नहीं पहना है तो वो डेंजरस हमारे लिए है। तो अवेयरनेस इज मस्ट एक्चुअली। अगर वो प्रिकॉशन उतनी लेते हैं जितनी हम ले रहे हैं, जितनी हम ले रहे हैं उतनी वो ले रहे हैं, ये तभी ठीक रहेगा। अदरवाइज डर का ऐसे नहीं है, करना तो पड़ेगा ही काम ਜੀ। ਸੋ ਜਿਵੇਂ ਸਰ ਨੇ ਦੱਸਿਆ ਕਿ ਡਰ ਸੇ ਕੰਮ ਨਹੀਂ ਚਲੇਗਾ, ਡਰ ਕੇ ਆਗੇ ਜੀਤ ਹੈ ਜਿਵੇਂ ਕਹਿੰਦੇ ਵੀ ਹੁੰਦੇ ਆ, ਔਰ ਜਿਹੜੀ ਸਾਨੂੰ ਲੋੜ ਹੈਗੀ ਹੈ ਉਹ ਸਾਨੂੰ ਜ਼ਰੂਰ ਕਰਨੀ ਚਾਹੀਦੀ ਹੈ। ਤੇ ਜਿੱਦਾਂ ਕਹਿੰਦੇ ਆ ਕਿ ਜਾਨ ਹੈ ਤਾਂ ਜਹਾਨ ਹੈ, ਪਰ ਜਹਾਨ ਵੀ ਬਹੁਤ ਜ਼ਰੂਰੀ ਹੈ ਤੇ ਪੇਟ ਦੇ ਵਿੱਚ ਰੋਟੀ ਵੀ ਜਾਣੀ ਜ਼ਰੂਰੀ ਹੈ। ਅਸੀਂ ਚਸ਼ਮੇ ਵੀ ਬਣਾਉਣੇ ਆ, ਅਸੀਂ ਕੱਪੜੇ ਵੀ ਪਾਉਣੇ ਆ, ਅਸੀਂ ਜੁੱਤੇ ਵੀ ਪਾਉਣੇ ਆ ਤੇ ਦੁਨੀਆ ਪਈ ਹੈ ਜਿੱਤਣ ਵਾਸਤੇ, ਅਸੀਂ ਸਾਰੇ ਕੰਮ ਵੀ ਕਰਨੇ ਆ। ਦੋਸਤੋ ਇਸ ਵਕਤ ਮੌਸਮ ਬਹੁਤ ਸੋਹਣਾ ਹੈ ਤੇ ਲੋਕੀ ਜਿਹੜੇ ਹੈ ਉਹ ਘਰਾਂ ਤੋਂ ਬਾਹਰ ਆਏ ਹੋਏ ਨੇ ਔਰ ਕਸਟਮਰਸ ਜਿਹੜੇ ਆ ਉਹ ਦੁਕਾਨਾਂ ਦੇ ਉੱਤੇ ਖਰੀਦਦਾਰੀ ਕਰ ਰਹੇ ਆ। ਅਸੀਂ ਹੁਣੇ ਸ਼ੋਰੂਮਸ ਦੇ ਵਿੱਚ ਵੀ ਜਾ ਕੇ ਆਏ ਆ ਤੇ ਛੋਟੇ ਜਿਹੜੇ ਬੂਥ ਨੇ ਉੱਥੇ ਵੀ ਲੋਕੀ ਖੜੇ ਨੇ, ਉੱਥੇ ਬਲਕਿ ਬੂਥਾਂ ਦੇ ਉੱਤੇ ਲੋਕੀ ਜ਼ਿਆਦਾ ਖੜੇ ਨੇ, ਖਰੀਦਦਾਰੀ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਜਾਣਨ ਦੀ ਕੋਸ਼ਿਸ਼ ਕਰ ਰਹੇ ਆ ਜੀ। ਨਮਸਕਾਰ ਸਰ, ਕੀ ਨਾਂ ਜੀ ਤੁਹਾਡਾ? ਪ੍ਰਥਮ ਨਾਮ ਹੈ ਜੀ ਮੇਰਾ। ਸਰ ਜਿੱਦਾਂ ਹੁਣ ਕਸਟਮਰਸ ਆ ਰਹੇ ਨੇ ਤੇ ਜਿੱਦਾਂ ਤੁਸੀਂ ਟਾਈ ਵਿਖਾ ਰਹੇ ਸੀਗੇ ਤੇ ਜਿੱਦਾਂ ਇੱਕ ਕਸਟਮਰ ਚੈੱਕ ਕਰਦਾ ਹੈ ਤੇ ਉਸ ਤੋਂ ਬਾਅਦ ਹੀ ਜਿਹੜੀ ਹੈ ਉਹ ਟਾਈ ਜਿਹੜੀ ਹੈ ਤੁਸੀਂ ਉਸ ਨੂੰ ਲਾਗੇ ਰੱਖਦੇ ਹੋ, ਤੇ ਕਿਉਂਕਿ ਦੂਜੇ ਕਸਟਮਰ ਨੇ ਵੀ ਆਉਣਾ ਹੈ, ਤੁਸੀਂ ਉਹਨੂੰ ਵੀ ਵਿਖਾਣੀ ਹੈ, ਤੇ ਇਦਾਂ ਦੀ ਕੋਈ ਪ੍ਰੀਕਾਸ਼ਨਸ ਤੁਸੀਂ ਯੂਜ਼ ਕਰ ਰਹੇ ਹੋ? ਸੈਨੀਟਾਈਜ਼ਰਸ ਰੱਖੇ ਦੇ ਅਸੀਂ, ਮਤਲਬ ਰੋਜ਼ ਦੇ ਰੋਜ਼ ਕਲੀਨ ਕਰ ਰਹੇ ਸਭ ਕੁਝ ਅਸੀਂ ਨਾ। ਕੀ ਕੱਪੜਿਆਂ ਨੂੰ ਟਾਈਆਂ ਨੂੰ ਕਰਦੇ ਹੋ ਸੈਨੀਟਾਈਜ਼? ਪ੍ਰੋਪਰ ਕਲੀਨ ਕਰਕੇ ਰੱਖਦੇ ਅਸੀਂ। ਇਦਾਂ ਨਹੀਂ ਕਿੱਦਾਂ ਕਰਦੇ ਹੋ? ਸੈਨੀਟਾਈਜ਼ਰ ਰੱਖੇ ਹੁੰਦੇ ਆਪਣੇ ਕੋਲ, ਕੱਪੜੇ ਰੱਖੇ ਹੁੰਦੇ ਆ, ਗਲਵਜ਼ ਹੁੰਦੇ, ਸਾਰਾ ਕੁਝ ਆਪਣੇ ਕੋਲ। ਦਿਖਾਇਓ ਕਿੱਥੇ ਹੈਗਾ ਗਲਵਜ਼ ਹੈ, ਸੈਨੀਟਾਈਜ਼ਰ ਇਹ ਰੱਖਿਆ, ਕੱਪੜੇ ਰੱਖੇ ਸਭ। ਤੇ ਹੁਣ ਤੁਸੀਂ ਗਲਵਸ ਪਾਏ ਨਹੀਂ ਹੋਏ? ਆਪਣਾ ਕੰਮ ਇਦਾਂ ਦਾ ਹੈ, ਗਲਵਜ਼ ਸਾਡੇ ਨਹੀਂ ਚੱਲਦੇ ਨਹੀਂ ਹੈਗੇ, ਫਟ ਜਾਂਦੇ ਇਹਦੇ 'ਚ। ਤਾਂ ਹੀ ਜਦ ਆਪਣਾ ਮੇਨ ਕੰਮ ਹੁੰਦਾ ਤਾਂ ਹੀ ਗਲਵਜ਼ ਪਾਉਂਦੇ। ਤੇ ਇਹ ਮੇਨ ਕੰਮ ਨਹੀਂ ਹੈਗਾ ਭਾਈ? ਅਸੀਂ ਬੈਲਟ ਵਗੈਰਾ ਕੱਢਦੇ ਆ ਨਾ ਤਾਂ ਫਟ ਜਾਂਦੇ ਗਲਵਜ਼। ਇਹ ਅਸੀਂ ਇਹ ਚਾਹੁੰਦੇ ਹਾਂ ਕਿ ਵਧੀਆ ਕੰਮ ਚੱਲੇ ਸਾਰਿਆਂ ਦਾ, ਤੇ ਅਸੀਂ ਵੀ ਤਾਂ ਹੀ ਆਏ ਹਾਂ ਕਿ ਸਹੀ ਤਰੀਕੇ ਨਾਲ ਜਿਹੜੇ ਲੋਕਾਂ ਦੇ ਵਿੱਚ ਜਿਹੜੀ ਆ ਉਹ ਇੱਕ ਸਹਿਮ ਬਣਿਆ ਹੋਇਆ ਉਹ ਸਹਿਮ ਦੂਰ ਹੋਵੇ। ਕੀ ਕਹਿਣਾ ਚਾਹੋਗੇ ਜੀ? ਕੀ ਲੈਣਾ ਆਏ ਸੀ ਤੁਸੀਂ? ਟਾਈ ਲੈਣ ਆਏ ਸੀਗੇ। ਕੀ ਨਾਂ ਤੁਹਾਡਾ? ਕਿਸ਼ਨ। ਕਿਸ਼ਨ ਜੀ। ਕਿਸ਼ਨ ਜੀ ਟਾਈ ਪਸੰਦ ਆ ਗਈ ਹੈ ਤੁਹਾਨੂੰ? ਹਾਂਜੀ ਸਰ। ਲੈ ਰਹੇ ਹੋ ਫਿਰ? ਹਾਂਜੀ ਲੈ ਲਓ। ਡਰ ਤਾਂ ਨਹੀਂ ਲੱਗਦਾ ਜਿੱਦਾਂ ਤੁਹਾਡੇ ਮਨ 'ਚ ਇਹ ਆਇਆ ਕਿ ਜਿਹੜੀ ਮੈਂ ਟਾਈ ਲੈਣ ਜਾ ਰਿਹਾ ਕਿ ਹੋ ਸਕਦਾ ਕਿਸੇ ਹੋਰ ਨੇ ਯੂਜ਼ ਕੀਤੀ ਹੋਵੇ, ਜਾਂ ਤੁਹਾਡੇ ਮਨ 'ਚ ਇਹ ਸੀਗਾ ਕਿ ਜਿਹੜੀ ਟਾਈ ਹੈ ਉਹ ਪ੍ਰੋਪਰ ਤਰੀਕੇ ਨਾਲ ਸੈਨੀਟਾਈਜ਼ ਕੀਤੀ ਹੋਗੀ? ਜਿੱਦਾਂ ਹੁਣ ਭਾਜੀ ਨੇ ਦੱਸਿਆ ਕਿ ਉਹ ਸਹੀ ਤਰੀਕੇ ਨਾਲ ਸੈਨੀਟਾਈਜ਼ ਵੀ ਕਰ ਰਹੇ ਆ, ਪ੍ਰੀਕਾਸ਼ਨਸ ਵਰਤ ਰਹੇ ਆ, ਪਰ ਹਾਲਾਂਕਿ ਉਹਨਾਂ ਨੇ ਹੱਥ ਆਪਣੇ ਹਲੇ ਗਲਵਸ ਨਹੀਂ ਪਾਏ ਹੋਏ ਸੀਗੇ। वो तो कोई चक्कर नहीं है सर, बाकी इतना कुछ तो कर रहे हैं, सैनिटाइजर वगैरह मार रहे हैं, वही बहुत है। ਦੋਸਤੋ ਜਿਵੇਂ ਪਹਿਲਾਂ ਮੈਂ ਦੱਸਿਆ ਕਿ ਆਸਮਾਨ ਦੇ ਵਿੱਚ ਮੌਸਮ ਬਹੁਤ ਵਧੀਆ ਹੋ ਗਿਆ, ਬੱਦਲ ਹੋ ਗਿਆ ਤੇ ਕਸਟਮਰਸ ਦੇ ਨਾਲ ਜਿਹੜੇ ਆ ਉਹ ਸ਼ੋਰੂਮ ਵੀ ਭਰਨੇ ਸ਼ੁਰੂ ਹੋ ਗਿਆ। ਆਓ ਗੱਲ ਕਰਦੇ ਹਾਂ। ਇਸ ਵਕਤ ਅਸੀਂ ਪਹੁੰਚੇ ਹੋਏ ਹਾਂ ਜੀ ਸੈਕਟਰ 17 ਦੇ ਚੀਫ ਬੂਟ ਹਾਊਸ ਦੇ ਬਾਹਰ। ਆਓ ਅੰਦਰ ਚੱਲ ਕੇ ਗੱਲ ਕਰਦੇ ਹਾਂ ਕਿ ਕੀ ਮਾਹੌਲ ਹੈ ਜੀ, ਕਿ ਕਸਟਮਰਸ ਘਬਰਾਏ ਹੋਏ ਨੇ ਕਿਉਂਕਿ ਜੁੱਤੇ ਜਿਹੜੇ ਆ ਉਹ ਪਾ ਕੇ ਚੈੱਕ ਵੀ ਕਰਦੇ ਆ ਲੋਕੀ, ਕਿ ਲੋਕਾਂ ਦੇ ਵਿੱਚ ਸਹਿਮ ਹੈ ਕਰੋਨਾ ਨੂੰ ਲੈ ਕੇ, ਜਾਂ ਕਿਸ ਤਰੀਕੇ ਨਾਲ ਪ੍ਰੀਕਾਸ਼ਨਸ ਜਿਹੜੇ ਆ ਉਹ ਸ਼ੋਰੂਮ ਦੇ ਮਾਲਕ ਜਾਂ ਵਰਕਰ ਵਰਤ ਰਹੇ ਨੇ। ਆਓ ਚੱਲਦੇ ਹਾਂ। ਸਤਿ ਸ਼੍ਰੀ ਅਕਾਲ ਸਰ। ਸਰ ਕਿਸ ਤਰੀਕੇ ਦੇ ਪ੍ਰੀਕਾਸ਼ਨਸ ਤੁਸੀਂ ਵਰਤ ਰਹੇ ਹੋ, ਕੀ ਪ੍ਰੀਕਾਸ਼ਨਸ ਲੈ ਰਹੇ ਹੋ? ਕੀ ਨਾਮ ਤੁਹਾਡਾ? ਰਾਜਿੰਦਰ। ਤੁਸੀਂ ਇੱਥੇ ਖੜੇ ਹੋ, ਜਿੱਦਾਂ ਹੁਣ ਮੈਂ ਦੇਖ ਰਿਹਾ ਇੱਥੇ ਡੋਰ ਜਿਹੜਾ ਓਪਨ ਹੈਗਾ ਹੈ ਨਾ ਜੀ, ਤੇ ਤੁਸੀਂ ਮਤਲਬ ਕਿ ਇੱਥੇ ਸੈਨੀਟਾਈਜ਼ ਤੁਹਾਡੇ ਹੱਥ 'ਚ ਹੈ ਨਹੀਂ ਹੈ ਨਾ ਜੀ ਸੈਨੀਟਾਈਜ਼ਰ? ਅੱਛਾ, ਬਾਈ ਫੁੱਟ ਯੂਜ਼ ਕਰ ਸਕਦਾ ਹਾਂਜੀ ਹਾਂਜੀ, ਬਾਈ ਫੁੱਟ ਹੈਂਡ ਲਾਉਣ ਦੀ ਲੋੜ ਹੀ ਨਹੀਂ ਪੈਂਦੀ, ਖਾਲੀ ਪੈਰ ਨਾਲ ਹੀ ਤੇ ਤੁਸੀਂ ਮਤਲਬ ਕਿ ਕੁਝ ਕਹਿ ਨਹੀਂ ਰਹੇ? ਜਦੋਂ ਹੁਣ ਮੈਂ ਐਂਟਰ ਕੀਤਾ ਤੁਸੀਂ ਕਿਹਾ ਨਹੀਂ ਕਿ ਤੁਸੀਂ ਸੈਨੀਟਾਈਜ਼ ਕਰ ਲਓ ਭਾਜੀ, ਇਦਾਂ ਕੁਝ ਕਰਕੇ ਤੁਸੀਂ ਉਹਨਾਂ ਨੂੰ ਵੀ ਮੈਂ ਦੇਖਿਆ ਤੁਸੀਂ ਕਿਸੇ ਨੂੰ ਇਨਸਟਰਕਸ਼ਨਸ ਨਹੀਂ ਦੇ ਰਹੇ ਤੁਸੀਂ, ਤੇ ਤੁਸੀਂ ਗਾਈਡ ਨਹੀਂ ਕਰ ਰਹੇ ਜਿਹੜੇ ਕਸਟਮਰਸ ਅੰਦਰ ਆ ਕਰ ਹੀ ਰਹੇ ਹਾਂ, ਲੋੜ ਹੀ ਨਹੀਂ ਪੈਂਦੀ, ਆਪਣੇ ਆਪ ਕਸਟਮਰ ਕਰ ਹੀ ਰਹੇ ਸੈਨੀਟਾਈਜ਼ ਤੋਂ। ਨਹੀਂ ਹੁਣ ਲੋੜ ਤਾਂ ਪੈਂਦੀ ਹੈ, ਮੈਨੂੰ ਤਾਂ ਦਿਖਿਆ ਹੀ ਨਹੀਂ ਇਹ, ਕਿਉਂਕਿ ਛੋਟਾ ਹਾਈਟ ਹੈ ਇੰਨੀ, ਮੈਨੂੰ ਤਾਂ ਦਿਖਿਆ ਵੀ ਨਹੀਂ ਸੀਗਾ, ਮੈਨੂੰ ਤਾਂ ਪੁੱਛਣਾ ਪਿਆ ਤੁਹਾਨੂੰ। ਤਾਂ ਆਪਾਂ ਬੋਲਦੇ ਹਾਂ ਕਿ ਸੈਨੀਟਾਈਜ਼ ਕਰਕੇ ਆਉਂਦੇ, ਸਾਰੇ ਕਸਟਮਰ ਸੈਨੀਟਾਈਜ਼ ਕਰਦੇ ਆ ਮੋਸਟਲੀ। ਨਹੀਂ ਮੈਂ ਪੁੱਛ ਲੈਂਦਾ ਹੁਣੇ। ਐਕਸਕਿਊਜ਼ ਮੀ ਮੈਮ, ਤੁਸੀਂ ਇਹ ਜਿਹੜਾ ਲੱਗਿਆ ਹੋਇਆ ਫੁੱਟ ਜਿਹੜਾ ਹੈਗਾ ਸੈਨੀਟਾਈਜ਼ਰ ਫੁੱਟ ਆਪਰੇਟਡ, ਇਹ ਤੁਸੀਂ ਵੇਖਿਆ ਸੀਗਾ ਜੀ?
हाँ देखा है। ਤੁਹਾਨੂੰ ਦਿਖ ਗਿਆ ਸੀਗਾ ਤੁਹਾਨੂੰ? हाँ जी दिख तो गया था, पर हम साइज़ चेंज करवाने आए थे और दूर से आए थे और निकलना था, मौसम ख़राब हो रहा था, इसलिए हम जल्दी जल्दी में इन्हीं से बात करने लगे। ਤੁਸੀਂ ਬੜਾ ਸੋਚ ਕੇ ਦੱਸਿਆ ਦਿਖ ਗਿਆ ਸੀਗਾ। ਮੈਨੂੰ ਲੱਗਦਾ ਤੁਹਾਨੂੰ, ਕਿਉਂਕਿ ਮੈਂ ਇਸ ਵਾਸਤੇ ਪੁੱਛਣਾ ਕਿ ਕਿਉਂਕਿ ਮੈਨੂੰ ਨਹੀਂ ਦਿਖਿਆ ਸੀਗਾ, ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਨਹੀਂ ਉਹਦੇ ਲਿਖਿਆ, ਕਿਉਂਕਿ ਇਹ ਵੀ ਗਾਈਡ ਨਹੀਂ ਕਰ ਰਹੇ ਕਸਟਮਰਸ ਨੂੰ। ਤੁਹਾਨੂੰ ਇਹਨਾਂ ਨੇ ਕਿਹਾ ਸੀਗਾ ਕਿ ਤੁਸੀਂ ਦੱਸਿਆ ਨਾ ਕਿ ਤੁਸੀਂ ਨਹੀਂ ਕੀਤਾ ਹੈ ਨਾ ਜੀ ਸੈਨੀਟਾਈਜ਼, ਤੁਹਾਨੂੰ ਇਹਨਾਂ ਨੇ ਦੱਸਿਆ ਸੀਗਾ ਕਿ ਤੁਸੀਂ ਆਪਣੇ ਸੈਨੀਟਾਈਜ਼ ਕਰ ਲਓ? इनको हमने आते ही काम सौंप दिया था ना जी कि हमारा साइज़ चेंज कर दो, तो ये भी उसी में बिज़ी हो गए होंगे, इसलिए नहीं ठीक है, ध्यान ठीक है जी। ਸੋ ਵੀਰੇ ਜ਼ਰੂਰ ਕਹੋ ਕਸਟਮਰਸ ਨੂੰ, ਅਸੀਂ ਵੀ ਚਾਹੁੰਦੇ ਹਾਂ ਕਿ ਇਸ ਤਰੀਕੇ ਨਾਲ ਚਹਿਲ ਪਹਿਲ ਜਿਹੜੀ ਆ ਮਾਰਕੀਟ ਦੇ ਵਿੱਚ ਵਧੇ, ਕਿਉਂਕਿ ਜਿਹੜੀ ਆ ਮਾਰਕੀਟ ਜਿਹੜੀ ਆ ਉਹ ਕਸਟਮਰਸ ਦੇ ਨਾਲ ਹੀ ਸੋਹਣੀ ਲੱਗਦੀ ਆ, ਤੇ ਸੜਕਾਂ ਜਿਹੜੀਆਂ ਉਹ ਗੱਡੀਆਂ ਦੇ ਨਾਲ ਹੀ ਸੋਹਣੀ ਲੱਗਦੀ ਆ। ਸੜਕਾਂ ਸੁੰਨਸਾਨ ਨਹੀਂ ਸੋਹਣੀਆਂ ਲੱਗਦੀਆਂ, ਤੇ ਦੁਕਾਨਾਂ ਕਸਟਮਰਸ ਤੋਂ ਬਿਨਾਂ ਨਹੀਂ ਸੋਹਣੀਆਂ ਲੱਗਦੀਆਂ। ਸੋ ਕਸਟਮਰਸ ਜਿਹੜੇ ਨੇ ਤੁਸੀਂ ਵੇਖ ਸਕਦੇ ਆ ਕਿ ਕਸਟਮਰ ਜਿਹੜੇ ਨੇ ਉਹ ਚੈੱਕ ਵੀ ਕਰ ਰਹੇ ਨੇ, ਪੈਰਾਂ ਦੇ ਵਿੱਚ ਪਾ ਕੇ, ਜਿਵੇਂ ਅਸੀਂ ਵੇਖ ਰਹੇ ਸੀਗੇ ਕਿ ਕੱਪੜੇ ਦੇ ਸ਼ੋਰੂਮ ਦੇ ਵਿੱਚ ਜਿਹੜਾ ਟਰਾਈ ਰੂਮ ਜਿਹੜਾ ਹੈਗਾ ਉਹਨੂੰ ਮਨਾ ਕੀਤਾ ਗਿਆ ਹੈ, ਲੇਕਿਨ ਜਿਹੜਾ ਜੁੱਤਾ ਹੈਗਾ ਉਹ ਥੋੜ੍ਹਾ ਜਿਹਾ ਬੰਦੇ ਨੂੰ ਇਹ ਹੁੰਦਾ ਕਿ ਪਾ ਕੇ ਜ਼ਰੂਰ ਚੈੱਕ ਕਰਨਾ। ਉਸ ਤੋਂ ਬਾਅਦ ਕੀ ਇਹਨਾਂ ਦੇ ਜੁੱਤਿਆਂ ਨੂੰ ਜਾਂ ਹੋਰ ਚੀਜ਼ਾਂ ਨੂੰ, ਕਿਉਂਕਿ ਹਾਲਾਂਕਿ ਪੈਰਾਂ ਤੋਂ ਕਰੋਨਾ ਫੈਲ ਸਕਦਾ ਹੈ ਨਹੀਂ, ਇਸ ਬਾਰੇ ਸ਼ੰਕਾ ਨੇ। ਐਕਸਪਰਟਸ ਤੋਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਤੇ ਸਰ ਮੈਂ ਇਹ ਜਾਣਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਕਿ ਜਿੱਦਾਂ ਹੁਣ ਕੱਪੜੇ ਦੇ ਸ਼ੋਰੂਮ ਦੇ ਵਿੱਚ ਅਸੀਂ ਗਏ ਹਾਂ ਤੇ ਉੱਥੇ ਜਿਹੜਾ ਹੈਗਾ ਉਹ ਟਰਾਈ ਰੂਮ 'ਚ ਟਰਾਈ ਨਹੀਂ ਕਰਵਾ ਰਹੇ, ਲੇਕਿਨ ਜਿਹੜਾ ਜੁੱਤਾ ਹੈਗਾ ਉਹ ਤੁਹਾਡੀ ਵੀ ਮਜਬੂਰੀ ਹੈ, ਤੇ ਕਸਟਮਰ ਵੀ ਇਹ ਚਾਹੁੰਦਾ ਹੁੰਦਾ ਆਪਣੇ ਆਪ ਤੋਂ ਕਿ ਜਿਹੜਾ ਮੈਂ ਜੁੱਤਾ ਲੈਣਾ ਉਹ ਪੈਰ 'ਚ ਮੇਰਾ ਪ੍ਰੋਪਰ ਫਿੱਟ ਆਉਂਦਾ ਹੋਵੇ, ਕਿਉਂਕਿ ਕੱਪੜਾ ਸੀ ਚਲੋ ਥੋੜ੍ਹਾ ਬੜਾ ਢੀਲਾ ਮਿੱਲਾ ਪੈ ਜਾਂਦਾ ਹੈ, ਤੇ ਜਿਹੜੀ ਜੁੱਤੀ ਹੈ ਉਹ ਨਹੀਂ ਹੁੰਦੀ, ਟਾਈਟ ਵੀ ਨਹੀਂ ਪਾਈ ਜਾਂਦੀ ਤੇ ਬਹੁਤੀ ਢਿੱਲੀ ਵੀ ਨਹੀਂ ਪਾਈ ਜਾਂਦੀ। ਤੇ ਮੈਂ ਇਹੀ ਜਾਣਨ ਦੀ ਕੋਸ਼ਿਸ਼ ਕਰ ਰਿਹਾ ਕਿ ਕਸਟਮਰ ਦੀ ਵੀ ਆਪਣੀ ਪ੍ਰੋਬਲਮ ਹੈਗੀ ਹੈ, ਉਹਦੀ ਵੀ ਆਪਣੀ ਮਜਬੂਰੀ ਹੈ, ਤੁਹਾਡੀ ਵੀ ਮਜਬੂਰੀ ਹੈ, ਤੇ ਕਿਸ ਤਰੀਕੇ ਦਾ ਰੁਝਾਨ ਹੁਣ ਕਸਟਮਰ ਵੱਲੋਂ ਤੁਸੀਂ ਵੇਖ ਰਹੇ ਹੋ? ਕਹਿੰਦੇ ਹਰ ਇੱਕ ਗਾਹਕ ਨੂੰ ਕਿ ਤੁਸੀਂ ਆਰਾਮ ਨਾਲ ਦੇਖੋ, ਥੋੜਾ ਜਿਹਾ ਦੂਰ ਕਰਕੇ ਬੈਠੋ, ਔਰ ਹਰ ਇੱਕ ਗਾਹਕ ਜਦੋਂ ਆਉਂਦਾ ਹੈ ਲਗਾਓ, ਬਾਹਰ ਫੜਦੇ ਵੀ ਅੰਦਰ ਟੇਬਲ ਤੇ, ਅਗਲੀ ਟੇਬਲ ਤੇ ਵੀ, ਆਊਟ ਤੇ ਹਰ ਇੱਕ ਨੂੰ ਕਹਿੰਦੇ ਬਾਕ ਆਪਣਾ ਖਿਆਲ ਰੱਖੋ। ਔਰ ਸਾਡੀ ਇਹੀ ਕੋਸ਼ਿਸ਼ ਹੈ, ਹਰ ਕਸਟਮਰ ਸਮਝਾਈਦਾ ਹੈ ਕਿ ਤੁਸੀਂ ਆਰਾਮ ਨਾਲ ਬੈਠੋ, ਜ਼ਿਆਦਾ ਨਾ ਇਕੱਠੇ ਹੋਵੋ, ਥੋੜੀ ਜਿਹੀ ਦੂਰ ਇਸ ਲਈ ਅਲੱਗ-ਅਲੱਗ ਬਣਾਤੇ ਹੈ, ਦੇਖੋ ਨਾ ਅਸੀਂ ਅਲੱਗ-ਅਲੱਗ ਬਣਾਤੇ ਸੈਟਿੰਗ ਤਾਂ ਕਿ ਕੋਈ ਪ੍ਰੋਬਲਮ ਨਾ ਹੋਵੇ। ਸਾਡੀ ਇਹ ਕੋਸ਼ਿਸ਼ ਹੈ ਕਿ ਇਹ ਜਿਹੜੀ ਹੈ ਬਿਮਾਰੀ ਦੂਰ ਹੋਵੇ, ਔਰ ਅਸੀਂ ਵੀ ਤਾਂ ਉਹਦੇ ਦੇਖੋ ਜੀ ਸਾਡੀ ਤਾਂ ਇਹੋ ਹੀ ਅਸੀਂ ਬਣਦੇ ਹਾਂ ਵੀ ਇਹ ਬਿਮਾਰੀ ਦੂਰ, ਸਾਡਾ ਬਿਜ਼ਨਸ ਬਿਲਕੁਲ ਸਰ, ਤੁਹਾਡੇ ਨਾਲ ਜਿਹੜੇ ਆ ਹੋਰ ਜਿਹੜੇ ਕਾਰਿੰਦੇ ਨੇ ਤੁਹਾਡੇ ਵਰਕਰ ਨੇ ਸਫਰ ਹੋ ਰਹੇ ਆ ਜੀ, ਇਸੇ ਲਈ ਹਾਲਾਤ ਠੀਕ ਨਹੀਂ ਹੈਗੇ, ਲੇਕਿਨ ਅਸੀਂ ਆਪਣੇ ਤੌਰ 'ਤੇ ਹਰ ਕਸਟਮਰ ਸਮਝਾਉਂਦੇ ਹਾਂ ਵੀ ਦੂਰ ਬੈਠੋ ਔਰ ਬਾਕਾਇਦਾ ਹੱਥ ਨੂੰ ਧੋ ਕੇ ਅੰਦਰ ਵੜੋ। ਬਿਲਕੁਲ ਜੀ ਬਿਲਕੁਲ, ਜਿਵੇਂ ਸਰ ਨੇ ਦੱਸਿਆ ਕਿ ਬਹੁਤ ਜ਼ਰੂਰੀ ਹੈ ਪ੍ਰੀਕਾਸ਼ਨਸ ਲੈਣੇ, ਔਰ ਬਹੁਤ ਜ਼ਰੂਰੀ ਹੈ ਕੰਮ ਵੀ ਕਰਨਾ, ਕਿਉਂਕਿ ਜੇ ਇਹ ਇੱਥੇ ਕੰਮ ਚੱਲੂਗਾ ਤਾਂ ਇੱਥੇ ਜਿਹੜੇ ਵਰਕਰ ਨੇ ਕੰਮ ਕਰ ਰਹੇ ਨੇ ਉਹਨਾਂ ਦੇ ਘਰ ਰੋਟੀ ਪੱਕੂਗੀ, ਤੇ ਜੇ ਉਹਨਾਂ ਦੇ ਘਰ ਰੋਟੀ ਪੱਕੂਗੀ ਉਹ ਜਿੱਥੋਂ ਰਾਸ਼ਨ ਲੈਂਦੇ ਨੇ ਉਹ ਜਿੱਥੋਂ ਰਾਸ਼ਨ ਲੈਂਦੇ ਨੇ ਉਹਨਾਂ ਦੁਕਾਨਾਂ ਵਾਲਿਆਂ ਦਾ ਕੰਮ ਚੱਲੂਗਾ, ਤੇ ਉਹਨਾਂ ਦੁਕਾਨਾਂ ਦੇ ਉੱਤੇ ਜਿਹੜੇ ਵਰਕਰ ਕੰਮ ਕਰਦੇ ਨੇ ਉਹਨਾਂ ਨੂੰ ਰੁਜ਼ਗਾਰ ਮਿਲੂਗਾ, ਤੇ ਉਹ ਜਦੋਂ ਦੁਕਾਨਾਂ ਦੇ ਉੱਤੇ ਆਉਂਦੇ ਨੇ ਉਹ ਆਪਣਾ ਵਹੀਕਲ ਯੂਜ਼ ਕਰਦੇ ਨੇ, ਉਹ ਵਹੀਕਲ ਪੈਟਰੋਲ ਪਵਾਉਂਦੇ ਨੇ, ਪੈਟਰੋਲ ਦੇ ਨਾਲ ਵਹੀਕਲ ਚੱਲਦੇ ਨੇ, ਪੈਟਰੋਲ ਪੰਪ ਵਾਲਿਆਂ ਦਾ ਕੰਮ ਚੱਲੂਗਾ, ਤੇ ਪੈਟਰੋਲ ਪੰਪ ਵਾਲਿਆਂ ਦੇ ਨਾਲ ਜਿਹੜੇ ਉਸ ਪੈਟਰੋਲ ਪੰਪ ਦੇ ਉੱਤੇ ਕਰਿੰਦੇ ਕੰਮ ਕਰਦੇ ਨੇ ਮੇਰੇ ਵੀਰ, ਉਹਨਾਂ ਦਾ ਘਰ ਦੇ ਵਿੱਚ ਰੋਟੀ ਪੱਕੂਗੀ। ਆਓ ਹੁਣ ਚੱਲਦੇ ਹਾਂ ਅੱਗੇ। ਦੋਸਤੋ ਇਸ ਵਕਤ ਅਸੀਂ ਪਹੁੰਚੇ ਹੋਏ ਹਾਂ ਸੈਕਟਰ 17 ਦੇ ਔਖੇ ਵਾਲੀ ਸ਼ੋਰੂਮ ਦੇ ਵਿੱਚ, ਜਿਹੜਾ ਖਾਸ ਤੌਰ ਦੇ 'ਤੇ ਨਾਂ ਹੀ ਬੜਾ ਇੰਟਰਸਟਿੰਗ ਆ ਗਿਆ। ਇਸ ਵਕਤ ਮੇਰੇ ਨਾਲ ਸਰਦਾਰ ਸਾਹਿਬ ਇਸ ਵਕਤ ਇਸ ਸ਼ੋਰੂਮ ਦੇ ਓਨਰ ਮੌਜੂਦ ਨੇ ਜੀ, ਆਓ ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਸਰ। ਸਭ ਤੋਂ ਪਹਿਲਾਂ ਤਾਂ ਤੁਹਾਡਾ ਨਾਮ ਜਾਣਨਾ ਚਾਹਾਂਗੇ ਜੀ। ਗੁਰਪ੍ਰੀਤ ਸਿੰਘ। ਗੁਰਪ੍ਰੀਤ ਜੀ, ਸਭ ਤੋਂ ਪਹਿਲਾਂ ਤਾਂ ਇਹ ਜਿਹੜਾ ਨਾਂ ਹੈਗਾ, ਪਹਿਲਾਂ ਤਾਂ ਥੋੜ੍ਹਾ ਜਿਹਾ ਪੜ੍ਹਨ ਨੂੰ ਵੀ ਥੋੜ੍ਹਾ ਜਿਹਾ ਬੰਦੇ ਨੂੰ ਔਖੀ ਜਿਹੀ ਲੱਗਦੀ ਹੈ ਵੀ ਕੀ ਹੈਗਾ ਇਹ ਨਾਂ? ਇਹ ਸਰ ਇਟਾਲੀਅਨ ਵਰਡ ਹੈਗਾ, ਇਹਦਾ ਮਤਲਬ ਹੈ ਐਨਕਾਂ। ਆਪਣੀ ਲੋਕਲ ਭਾਸ਼ਾ ਜਿੱਦਾਂ ਅਸੀਂ ਪੰਜਾਬੀ 'ਚ ਕਹਿੰਦੇ ਹਾਂ ਐਨਕਾਂ, ਹਿੰਦੀ 'ਚ ਕਹਿੰਦੇ ਨੇ ਚਸ਼ਮੇ, ਇਟਾਲੀਅਨ 'ਚ ਕਹਿੰਦੇ ਓਕੇਆਲੀ। ਸੋ ਸਿੰਸ ਮੋਸਟਲੀ ਸਾਰੇ ਬ੍ਰਾਂਡ ਜਿਹੜੇ ਨੇ ਉਹ ਇਟਾਲੀਅਨ ਨੇ, ਸੋ ਵੀ ਕੈਪਟ ਦਿਸ ਨੇਮ। ਐਂਡ ਤੁਹਾਨੂੰ ਓਕੇਆਲੀ ਜੇ ਤੁਸੀਂ ਗੂਗਲ 'ਤੇ ਸਰਚ ਵੀ ਕਰੋਗੇ ਯੂ ਵਿਲ ਫਾਈਂਡ ਓਕੇਆਲੀ ਸਟੋਰਸ ਆਲ ਓਵਰ ਦ ਵਰਲਡ। ਸਰ ਸਾਡਾ ਜਿਹੜਾ ਫੋਕਸ ਹੈਗਾ ਅੱਜ ਦਾ ਉਹ ਇਹ ਹੈਗਾ ਕਿ ਕਸਟਮਰ ਜਿਹੜਾ ਤੁਹਾਡੇ ਕੋਲ ਆਉਂਦਾ ਹੈ ਉਹ ਚਸ਼ਮਾ ਤਾਂ ਹਰ ਇੱਕ ਬੰਦਾ ਪਾ ਕੇ ਦੇਖਦਾ ਹੀ ਹੈ ਪੱਕਾ ਹੀ, ਕਈ ਵਾਰ ਕੱਪੜਾ ਬੰਦਾ ਢਿੱਲਾ ਮਿੱਲਾ ਪਾ ਲੈਂਦਾ ਹੈ ਨਾ ਜੀ, ਤੇ ਜਿਹੜਾ ਚਸ਼ਮਾ ਹੁੰਦਾ ਬੰਦਾ ਕਹਿੰਦਾ ਮੇਰਾ ਫੇਸ ਦੇ ਉੱਤੇ ਲੁੱਕ ਦੇ ਉੱਤੇ ਅਸਰ ਪਊਗਾ, ਚਸ਼ਮਾ ਪਾ ਕੇ ਬੰਦਾ ਦੇਖਦਾ। ਜੇ ਮੰਨ ਲਓ ਕਸਟਮਰ ਉਹ ਚਸ਼ਮਾ ਨਹੀਂ ਲੈਂਦਾ, ਗੋਗਲ ਨਹੀਂ ਲੈਂਦਾ, ਤੇ ਤੁਸੀਂ ਉਸ ਨੂੰ ਇੱਦਾਂ ਹੀ ਰੱਖ ਲੈਂਦੇ ਹੋ ਕਿ ਉਸ ਨੂੰ ਸਹੀ ਤਰੀਕੇ ਨਾਲ ਸੈਨੀਟਾਈਜ਼ ਹੁੰਦਾ, ਕਿਸ ਤਰੀਕੇ ਦਾ ਕਰਦੇ ਹੋ ਤੁਸੀਂ? ਸਰ ਇਹ ਸ਼ੁਰੂ ਤੋਂ ਹੀ ਹੁੰਦਾ ਸੀਗਾ ਇੱਦਾਂ। ਦੇਖੋ ਦਿਸ ਇਜ਼ ਸਮਥਿੰਗ ਵਿਚ ਇਜ਼ ਪਰਸਨਲ, ਜੇ ਤੁਹਾਡੀ ਸਕਿਨ ਨਾਲ ਟੱਚ ਕਰਦੀ ਹੈ, ਸੋ ਕੋਈ ਵੀ ਬੰਦੇ ਨੂੰ ਪਸੰਦ ਨਹੀਂ ਆਊਗਾ ਕਿ ਕਿਸੇ ਦਾ ਪਸੀਨਾ ਲੱਗਾ ਹੋਇਆ ਜਾਂ ਕਿਸੇ ਦੀ ਸਕਿਨ ਨੂੰ ਟੱਚ ਕੀਤਾ ਹੋਇਆ ਚੀਜ਼ ਉਹ ਦੁਬਾਰਾ ਉਹਨੂੰ ਪਾਵੇ। ਸੋ ਅਸੀਂ ਪਹਿਲਾਂ ਤੋਂ ਵੀ
ਇਹ ਕੋਈ ਅੱਜ ਦੀ ਗੱਲ ਨਹੀਂ ਹੈਗੀ, ਹਰ ਇੱਕ ਚੀਜ਼ ਨੂੰ ਪ੍ਰੋਪਰ ਮੇਨਟੇਨ ਕਰੀਦਾ। ਹੁਣ ਅੱਜ ਕੱਲ੍ਹ ਕੀ ਹੈ ਕਿ ਹੁਣ ਪ੍ਰੋਪਰ ਸੋਲਿਊਸ਼ਨਸ ਆ ਗਏ ਆ। ਹੁਣ ਕੰਪਨੀਆਂ ਨੇ ਜਦ ਤੋਂ ਕੋਵਿਡ-19 ਆਇਆ ਕਿ ਵੀ ਆਹ ਸੋਲਿਊਸ਼ਨ ਕੋਵਿਡ-19 ਦੇ ਉਹਨੂੰ ਡਿਸਇਨਫੈਕਟ ਕਰਦਾ ਹੈ ਤੇ ਆਹ ਸਪੈਸ਼ਲ ਵਾਲਾ ਤੁਸੀਂ ਸੋਲਿਊਸ਼ਨ ਯੂਜ਼ ਕਰਨਾ। ਸੋ ਵੀ ਆਰ ਯੂਜ਼ਿੰਗ ਦੈਟ ਕਿ ਵੀ ਜਦ ਵੀ ਕੋਈ ਆਵੇ ਉਹਨੂੰ ਪ੍ਰੋਪਰ ਸਾਫ਼ ਕਰਕੇ ਹਰ ਇੱਕ ਚੀਜ਼ ਡਿਸਇਨਫੈਕਟ ਕਰਕੇ, ਤਾਂ ਜੋ ਬੰਦੇ ਨੂੰ ਸ਼ੋਰਿਟੀ ਹੋਵੇ ਕਿ ਮੈਂ ਜਿਹੜੀ ਚੀਜ਼ ਪਾ ਰਿਹਾ ਉਹ ਸੇਫ ਹੈ। ਸੋ ਵੀ ਆਰ ਡੂਇੰਗ ਇਟ। ਅਸੀਂ ਸਵੇਰੇ ਆਉਣ ਤੋਂ ਪਹਿਲਾਂ, ਮਤਲਬ ਦੁਕਾਨ ਖੋਲ੍ਹਣ ਤੋਂ ਬਾਅਦ, ਸਭ ਤੋਂ ਪਹਿਲਾਂ ਕਸਟਮਰ ਦੇ ਆਉਣ ਤੋਂ ਪਹਿਲਾਂ ਇਹ ਸਾਰੀਆਂ ਗਲਾਸਿਸ ਜਿਹੜੀਆਂ ਤੁਸੀਂ ਡਿਸਪਲੇ ਤੇ ਦੇਖ ਰਹੇ ਹੋ ਇਹ ਡਿਸਇਨਫੈਕਟ ਹੁੰਦੀਆਂ। ਵੀ ਹੈਵ ਆਲਮੋਸਟ 5 to 6 ਪੀਪਲ ਜਿਹੜੇ ਆ ਕੇ ਪਹਿਲਾਂ ਇਹ ਕਰਦੇ ਆ, ਉਸ ਤੋਂ ਬਾਅਦ ਆਪਣੇ ਆਪਣੇ ਘਰਾਂ ਨੂੰ ਇੱਕ ਅੱਧੇ ਦੀ ਛੁੱਟੀ ਕਰ ਦਿੰਦੇ ਆਪਾਂ ਕਿ ਵੀ ਤੁਸੀਂ ਜਾ ਆਓ, ਪਾਰਟ ਟਾਈਮ ਕਰ ਦਿੰਦੇ ਆ, ਕਿਉਂਕਿ ਯੂ ਹੈਵ ਟੂ ਗਿਵ them ਬ੍ਰੇਕ ਆਲਸੋ। ਸੋ ਉਸ ਹਿਸਾਬ ਨਾਲ ਅਸੀਂ ਕਰੀਦਾ, ਡੇਲੀ ਹੀ ਇਹ ਕੰਮ ਹੁੰਦਾ, ਰੈਗੂਲਰਲੀ। ਠੀਕ ਹੈ ਸਰ। ਕਸਟਮਰਸ ਦਾ ਮੈਂ ਬਸ ਇੱਕ ਹੀ ਮੇਰਾ ਸਵਾਲ ਹੈਗਾ ਆਖਰੀ ਕਿ ਕਸਟਮਰ ਦਾ ਕਿਵੇਂ ਦਾ ਰੁਝਾਨ ਹੈ? ਕਸਟਮਰ ਆਉਣ ਲੱਗਿਆ ਹੁਣ ਡਰ ਰਿਹਾ ਹੈ ਜਾਂ ਕਿਸ ਤਰੀਕੇ ਦਾ ਰੁਝਾਨ ਹੈਗਾ? ਥੋੜ੍ਹਾ ਜਿਹਾ ਡਰਿਆ ਹੋਇਆ, ਬਟ ਜਿੱਦਾਂ ਕਿ ਤੁਸੀਂ ਡਰਨ ਦੀ ਲੋੜ ਨਹੀਂ ਤੁਸੀਂ ਕਹਿਣਾ ਚਾਹੁੰਦੇ ਹੋ? ਸਰ ਦੇਖੋ, ਇਹ ਤਾਂ ਹੁਣ ਵਾਹਿਗੁਰੂ ਨੂੰ ਪਤਾ ਬੰਦਾ ਡਰੇ ਕਿ ਨਾ ਡਰੇ, ਮੈਂ ਨਹੀਂ ਕਹਿ ਸਕਦਾ, ਪਰ ਮੈਂ ਤਾਂ ਨਹੀਂ ਕਹਿੰਦਾ ਕਿ ਡਰੋ। ਬਟ ਐਜ਼ ਆਫ ਅ ਸ਼ਾਪਕੀਪਰ ਮੈਂ ਕਹਿ ਰਿਹਾ ਕਿ ਹਾਂ, ਕਸਟਮਰ ਜਿਸ ਵਾਕ ਇਨ ਹੈ ਥੋੜੀ ਘੱਟ ਹੈ, ਬਟ ਹੌਲੀ ਹੌਲੀ ਪਿਕਅਪ ਹੋ ਜਾਊਗੀ, ਹੋਪਫੁਲੀ ਜ਼ਰੂਰ ਪਿਕਅਪ ਹੋਊਗੀ। ਸੋ ਇਹ ਸਨ ਸਰਦਾਰ ਗੁਰਪ੍ਰੀਤ ਸਿੰਘ ਜੀ, ਔਖੇ ਵਾਲੀ ਸ਼ੋਰੂਮ ਦੇ ਓਨਰ, ਜਿਨ੍ਹਾਂ ਨੇ ਦੱਸਿਆ ਕਿ ਕਸਟਮਰ ਜਿਹੜਾ ਹੈਗਾ ਹੈ ਉਹ ਥੋੜ੍ਹਾ ਜਿਹਾ ਹਲੇ ਥੋੜ੍ਹਾ ਜਿਹਾ ਸਹਿਮ ਜ਼ਰੂਰ ਹੈਗਾ, ਪਰ ਇੰਨੀ ਸਹਿਮ ਦੀ ਲੋੜ ਨਹੀਂ ਹੈ, ਕਿਉਂਕਿ ਜਿਹੜੇ ਹੈਗੇ ਆ ਉਹ ਜਿਵੇਂ ਇਹਨਾਂ ਨੇ ਦੱਸਿਆ ਕਿ ਅੱਜ ਤੋਂ ਨਹੀਂ, ਪਹਿਲਾਂ ਤੋਂ ਹੀ ਜਿੱਦਾਂ ਜਦੋਂ ਦੇ ਸ਼ੋਰੂਮ ਖੁੱਲ੍ਹਿਆ ਹੋਇਆ ਔਖੇ ਵਾਲੀ, ਇਹ ਪ੍ਰੋਪਰ ਤਰੀਕੇ ਨਾਲ ਸੈਨੀਟਾਈਜ਼ ਹੁੰਦੇ ਆ, ਡਿਸਇਨਫੈਕਟ ਕੀਤਾ ਜਾਂਦਾ ਹੈ ਜਦੋਂ ਸ਼ੋਰੂਮ ਸਵੇਰੇ ਖੋਲ੍ਹਿਆ ਜਾਂਦਾ ਉਦੋਂ ਹੀ, ਅਤੇ ਕਸਟਮਰ ਦਾ ਵੀ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ। ਆਓ ਹੁਣ ਚੱਲਦੇ ਹਾਂ ਅੱਗੇ। ਸੋ ਦੋਸਤੋ, ਇਸ ਵਕਤ ਅਸੀਂ ਸੈਕਟਰ 17 ਦੇ ਨਵਦੀਪ ਟੈਕਸਟਾਈਲ ਦੇ ਵਿੱਚ ਪਹੁੰਚੇ ਹੋਏ ਹਾਂ, ਜਿੱਥੇ ਕਿ ਲੇਡੀਜ਼ ਸੂਟ ਤੋਂ ਲੈ ਕੇ ਜੈਂਟਸ ਕੋਟ ਪੈਂਟ ਤੱਕ, ਟੀ-ਸ਼ਰਟਸ ਤੱਕ ਤੁਸੀਂ ਵੇਖ ਸਕਦੇ ਆ ਇੱਥੇ ਲੱਗੇ ਹੋਏ ਆ, ਲੋਅਰਸ ਤੱਕ, ਹੋਰ ਵੀ ਬਹੁਤ ਕੁਝ ਇੱਥੇ ਮਿਲਦਾ ਹੈ ਜਿਹੜਾ ਟਰਾਈ ਵੀ ਕਰਨਾ ਪੈਂਦਾ ਹੈ। ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਇੱਥੋਂ ਦੇ ਵਰਕਰਸ ਦੇ ਨਾਲ ਕਿ ਕਿਵੇਂ ਉਹ ਆਪਣਾ ਖਿਆਲ ਰੱਖ ਰਹੇ ਨੇ ਤੇ ਇੱਥੇ ਆਉਣ ਵਾਲੇ ਕਸਟਮਰਸ ਦਾ ਵੀ ਖਿਆਲ ਰੱਖਿਆ ਜਾ ਰਿਹਾ ਹੈ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਰ ਕੀ ਨਾਂ ਜੀ ਤੁਹਾਡਾ? ਜੀ ਅਨਿਲ ਕੁਮਾਰ ਬੱਤਰਾ। ਅਨਿਲ ਜੀ, ਕਿਵੇਂ ਖਿਆਲ ਰੱਖ ਰਹੇ ਹੋ ਆਪਣਾ ਤੇ ਕਸਟਮਰਸ ਦਾ? ਕਿਸ ਤਰੀਕੇ ਦੀਆਂ ਗਾਈਡਲਾਈਨਸ ਤੁਸੀਂ ਫੋਲੋ ਕਰ ਰਹੇ ਹੋ? ਕਿਉਂਕਿ ਮੈਂ ਵੇਖ ਰਿਹਾ ਜੀ ਰੈਡੀਮੇਡ ਕੱਪੜੇ ਵੀ ਇੱਥੇ ਲੱਗੇ ਹੋਏ ਨੇ ਜਿਨ੍ਹਾਂ ਨੂੰ ਲੋਕੀ ਟਰਾਈ ਵੀ ਕਰਦੇ ਆ, ਹੈ ਨਾ ਜੀ, ਤੇ ਕਿ ਹੁਣ ਟਰਾਈ ਕਰ ਰਹੇ ਨੇ ਲੋਕੀ, ਕਿਸ ਤਰੀਕੇ ਦਾ ਕਸਟਮਰਸ ਦਾ ਰੁਝਾਨ ਹੈਗਾ ਖਾਸ ਤੌਰ ਦੇ ਉੱਤੇ? ਜਿਵੇਂ ਤੁਸੀਂ ਮੈਂ ਵੇਖ ਰਿਹਾ ਇੱਥੇ ਲੇਡੀਜ਼ ਸੂਟ ਵੀ ਪਏ ਨੇ, ਤੇ ਲੇਡੀਜ਼ ਦਾ ਕਿਵੇਂ ਦਾ ਰੁਝਾਨ ਹੈਗਾ? ਲੇਡੀਜ਼ ਆਉਂਦੇ ਨੇ ਆਪਣਾ ਮੁਲਕ ਦੇਖ ਕੇ ਸੂਟ ਆਪਣਾ ਮੁਲਕ ਲੈ ਜਾਂਦੇ ਨੇ, ਬਾਕੀ ਜਿਹੜਾ ਤਾਂ ਰੈਡੀਮੇਡ ਹੁੰਦਾ ਉਹ ਨਹੀਂ ਅਸੀਂ ਮੁਲਕ ਦਿੰਦੇ, ਜਾਂ ਟਰਾਈ ਵਾਸਤੇ ਨਹੀਂ ਦਿੰਦੇ। ਸਰ ਮੈਂ ਵੇਖ ਰਿਹਾ ਜੀ ਇੱਥੇ ਤੁਸੀਂ ਕੋਈ ਸੈਨੀਟਾਈਜ਼ਰ ਨਹੀਂ ਰੱਖਿਆ ਹੋਇਆ? ਇਹ ਰੱਖੇ ਤਾਂ ਕਾਊਂਟਰ ਤੋਂ ਰੱਖੇ, ਮੈਂ ਪਹਿਲਾਂ ਆਉਂਦੇ ਦੇ ਦਿੰਦੇ ਸੈਨੀਟਾਈਜ਼ਰ। ਨਹੀਂ, ਉਹ ਕਸਟਮਰ ਦਰਵਾਜ਼ੇ ਤੇ ਹੋਣਾ ਚਾਹੀਦਾ ਨਾ। ਬਕਾਇਦਾ ਦੇ ਦਿੰਦਾ, ਦੋਨੋਂ ਟਾਈਮ ਕਰਦਾ, ਆਉਂਦੇ ਵੀ ਕਰਾਈਦਾ ਮਤਲਬ ਜਾਂਦੇ ਵੀ ਕਰਾਈਦਾ। ਹਾਂਜੀ। ਤੇ ਜਿੱਦਾਂ ਮਾਸਕ ਹੈਗੇ ਆ ਉਹ ਵੀ ਰੱਖੇ ਹੋਏ ਤੁਸੀਂ ਕਸਟਮਰਸ ਵਾਸਤੇ? ਜੀ ਜੀ ਜੀ, ਜਾਂਦੇ ਆਪਾਂ ਕਸਟਮਰ ਨੂੰ ਕਹਿੰਦੇ ਵੀ ਤੁਹਾਡੇ ਕੋਲ ਅਗਰ ਨਹੀਂ ਹੈ ਤਾਂ ਸਾਡੇ ਤੋਂ ਲੈ ਕੇ ਜਾਓ। ਕਿੱਥੇ ਪਏ ਨੇ ਤੁਹਾਡੇ ਮਾਸਕ? ਕੈਸ਼ ਕਾਊਂਟਰ ਤੇ ਪਿਆ ਜੀ। ਦਿਖਾਓ ਸਰ। ਥੱਲੇ ਮੈਡਮ ਬਣਾ ਰਹੇ ਸਾਡੇ। ਤੇ ਜਿਹੜਾ ਤੁਸੀਂ ਮਾਸਕ ਲਗਾਇਆ ਹੋਇਆ ਵੀ ਡਿਜ਼ਾਈਨਰ ਮਾਸਕ ਹੈਗਾ, ਵੀ ਤੁਸੀਂ ਆਪ ਬਣਾ ਰਹੇ ਹੋ? ਹਾਂਜੀ ਹਾਂਜੀ। ਉਹ ਕਿੱਥੇ ਬਣਾ ਰਹੇ ਹਨ? ਥੱਲੇ ਬਣਾ ਰਹੇ ਹਨ? ਥੱਲੇ ਮੈਡਮ ਹੈ ਸਾਡੇ, ਬਣਵਾ ਲੈਂਦੇ ਸੀ ਕਟੇ ਟੋਟਿਆਂ 'ਚ, ਕਸਟਮਰ ਨੂੰ ਵੀ ਦੇਈਦੇ ਆ। ਉਹ ਕਿਤੇ ਹੁਣ ਨੀਚੇ ਦਿਖ ਜਾਣਗੇ ਕਈ ਵਾਰੀ ਹੁਣੇ ਦਾ ਉਹ ਸੂਟ ਸਿਲ ਰਹੇ ਪਾਰਟ ਟਾਈਮ 'ਚ ਬਣਵਾ ਦਿੰਦੇ ਅਸੀਂ। ਠੀਕ ਹੈ। ਹੁਣ ਕਿੱਥੇ ਪਏ ਨੇ? ਆਪਣਾ ਮਾਸਕ ਵਿਖਾਇਓ ਜੀ। ਮਾਸਕ ਤਾਂ ਹੁਣ ਤਾਂ ਬਣਤੇ ਹੋਏ ਆ ਜੀ। ਅੱਛਾ ਜੀ, ਕੌਣ ਸਰ ਕਰ ਦਿੰਦੇ ਆ? ਇਹ ਹੁਣ ਵੀ ਚੱਲ ਰਹੀ ਹੈ ਮਸ਼ੀਨ? ਠੀਕ ਹੈ ਇਹ? ਮੈਨੂੰ ਤਾਂ ਠੀਕ ਨਹੀਂ ਲੱਗ ਰਹੀ ਹੈ ਜੀ। ਠੀਕ ਹੈ ਜੀ, ਠੀਕ ਹੈਗੀ ਜੀ ਮਸ਼ੀਨ ਹੈ ਤੋਂ। ਅੱਛਾ, ਮੇਰਾ ਚੈੱਕ ਕਰਿਓ ਇੱਕ ਵਾਰੀ। ਉਹ ਹੀ ਕਰਦੇ ਭਾਈ ਸਾਹਿਬ, ਮੈਂ ਤਾਂ ਥੱਲੇ ਸੇਲ ਮੈਂ ਨਹੀਂ ਕਰਦਾ। ਲੋ ਬੱਤਰਾ ਸਾਹਿਬ ਟੈਸਟ ਕਰਦੇ ਉਹਨਾਂ ਨੂੰ। 3650 ਜੀ। ਅੱਛਾ ਜੀ, ਇਹਦਾ ਕੀ ਠੀਕ ਹੈ ਫਿਰ ਇਹ? ਹਾਂਜੀ ਬਿਲਕੁਲ ਓਕੇ। ਤੁਸੀਂ ਇਹ ਬੜੀ ਅੰਦਰ ਲੁਕੋ ਕੇ ਰੱਖੀ ਹੋਈ ਆ, ਕਸਟਮਰ ਜਿਹੜਾ ਆਉਂਦਾ ਉਹਦਾ ਚੈੱਕ ਨਹੀਂ ਕਰਦੇ ਸੀ ਪਹਿਲਾਂ? ਬੈਠੇ ਹਾਂ ਤਾਂ ਕੁਝ ਨਹੀਂ ਹੈ, ਕੋਈ ਆਪਣਾ ਵਕਤ ਕੱਟ ਰਹੇ ਹਾਂ ਤਾਂ ਬਸ। ਸਰ ਅਸੀਂ ਵੀ ਚਾਹੁੰਦੇ ਹਾਂ ਕਿ ਕੰਮ ਆਵੇ, ਕਿਉਂਕਿ ਜੇ ਕੰਮ ਆਊਗਾ ਤਾਂ ਇੱਥੇ ਜਿਹੜੇ ਵਰਕਰ ਤੁਹਾਡੇ ਕੰਮ ਕਰ ਰਹੇ ਨੇ ਉਹਨਾਂ ਦੇ ਘਰ ਵੀ ਰੋਟੀ ਪੱਕੂਗੀ, ਹੈ ਨਹੀਂ? ਤੁਸੀਂ ਕਿਉਂਕਿ ਇੱਕ ਜਿਹੜਾ ਇਹ ਕੰਮ ਹੈਗਾ ਸਿਰਫ ਤੁਹਾਡੇ ਨਾਲ ਨਹੀਂ ਜੁੜਿਆ ਹੋਇਆ, ਤੇ ਜੇ ਇਹਨਾਂ ਦੇ ਘਰ ਰੋਟੀ ਪੱਕੂਗੀ ਫਿਰ ਇਹਨਾਂ ਦੇ ਨਾਲ ਜਿਹੜੇ ਜੁੜੇ ਹੋਏ ਨੇ ਇਹਨਾਂ ਦੇ ਪਰਿਵਾਰ ਉਹ ਰੋਟੀ ਖਾਊਗਾ ਜੀ, ਇਹਨਾਂ ਦੇ ਬੱਚੇ ਪੜ੍ਹਾਈ ਕਰ ਸਕੂਗੇ। ਜਿੱਦਾਂ ਅਸੀਂ ਵੇਖ ਰਹੇ ਹਾਂ ਕਿ ਜਿਹੜੇ ਹਿੰਦੁਸਤਾਨ ਦੇ ਹਾਲਾਤ ਹੋ ਗਏ, ਅਸੀਂ ਵੀ ਚਾਹੁੰਦੇ ਹਾਂ ਜੀ ਕਿ ਕਸਟਮਰ ਦਾ ਜਿਹੜੀ ਸ਼ੰਕਾਵਾਂ ਨੇ ਉਹ ਦੂਰ ਹੋਵੇ। ਕਿੰਨੇ ਵਧੀਆ ਰਿਹਾ, ਕੋਈ ਹੱਦ ਹੀ ਨਹੀਂ, ਪ੍ਰੈਸ ਨੇ ਬਚਾਇਆ ਫਿਰ ਵੀ ਜੀ। ਸੋ ਅਸੀਂ ਵੀ ਚਾਹੁੰਦੇ ਹਾਂ ਜੀ ਕਿ ਸਹੀ ਜਿਹੜਾ ਕਸਟਮਰ ਦੇ ਵਿੱਚ ਸ਼ੰਕਾ ਦੂਰ ਹੋਵੇ ਜੀ। ਸੋ ਦੋਸਤੋ, ਇਸ ਵਕਤ ਮੈਂ ਰੈੱਡ ਟੇਪ ਦੇ ਸ਼ੋਰੂਮ ਦੇ ਵਿੱਚ ਖੜਿਆ, ਜਿਹੜਾ ਮਸ਼ਹੂਰ ਹੈ ਜੁੱਤਿਆਂ ਦੇ ਵਾਸਤੇ, ਤੁਸੀਂ ਵੇਖਦੇ ਹੀ ਆ, ਔਰ ਯੰਗਸਟਰਸ ਦੇ ਵਿੱਚ ਵੀ ਕਾਫੀ ਕਰੇਜ਼ ਰਹਿੰਦਾ ਜੁੱਤਿਆਂ ਨੂੰ ਲੈ ਕੇ, ਖਾਸ ਤੌਰ ਦੇ ਉੱਤੇ ਰੈੱਡ ਟੇਪ ਦੇ। ਸੋ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਰ ਕਿਸ ਤਰੀਕੇ ਦਾ ਰੁਝਾਨ ਹੈਗਾ? ਵੈਸੇ ਤਾਂ ਅਸੀਂ ਵੇਖ ਹੀ ਰਹੇ ਹਾਂ ਕਸਟਮਰਸ ਬੈਠੇ ਨੇ, ਖਰੀਦਦਾਰੀ ਕਰ ਰਹੇ ਨੇ, ਕੀ ਲੱਗਦਾ ਕਿ ਹੁਣ ਜਿਹੜਾ ਨਾਰਮਲ ਹੋ ਜੂਗੀ ਲੀਹ ਤੇ ਆ ਜੂਗੀ ਗੱਡੀ? ਹਾਂਜੀ ਭਾਜੀ, ਹੌਲੀ ਹੌਲੀ ਆ ਰਹੀ ਹੈ ਜੀ ਲੀਹ ਤੇ ਹੁਣ।
ਕਿਸ ਤਰੀਕੇ ਨਾਲ ਆਪਣਾ ਵੀ ਬਚਾਅ ਰੱਖ ਰਹੇ ਹੋ ਤੇ ਲੋਕਾਂ ਦਾ ਵੀ ਰੱਖ ਰਹੇ ਹੋ, ਤੁਸੀਂ ਕਸਟਮਰਸ ਦਾ ਵੀ ਰੱਖ ਰਹੇ ਹੋ, ਕੀ ਪ੍ਰੀਕਾਸ਼ਨਸ ਵਰਤ ਰਹੇ ਹੋ? ਭਾਜੀ ਸੋਸ਼ਲ ਡਿਸਟੈਂਸਿੰਗ ਰੱਖ ਰਹੇ ਹਾਂ, ਆਪਣਾ ਸੈਨੀਟਾਈਜ਼ਰ ਯੂਜ਼ ਕਰ ਰਹੇ ਹੈਗੇ ਆ ਤੇ ਲੋਕਾਂ ਨੂੰ ਮਾਸਕ ਬਾਰੇ ਕਹਿ ਰਹੇ ਕਿ ਮਾਸਕ ਲਾ ਕੇ ਆਪਣਾ ਆਓ ਤੇ ਮਾਸਕ ਲਾ ਕੇ ਜਾਓ ਤੁਸੀਂ ਆਪਣਾ। ਭਾਜੀ ਤੁਹਾਡੇ ਮਨ 'ਚ ਕੋਈ ਡਰ ਤਾਂ ਨਹੀਂ ਸੀਗਾ ਜਿੱਦਾਂ ਹੁਣ ਅਸੀਂ ਜੁੱਤੇ ਲੈਣ ਜਾਂਦੇ ਆ ਤੇ ਜੁੱਤੇ ਜਿਹੜੇ ਹੈਗੇ ਨੇ ਉਹ ਹੋਰਾਂ ਨੇ ਵੀ ਯੂਜ਼ ਕੀਤੇ ਹੁੰਦੇ ਨੇ ਕਈ ਵਾਰ, ਕਿਉਂਕਿ ਚੈੱਕ ਕਰਦਾ ਬੰਦਾ, ਇੱਕ ਵਾਰੀ ਪਾ ਕੇ ਜ਼ਰੂਰ ਚੈੱਕ ਕਰਦਾ ਕਸਟਮਰ। ਕੀ ਮਨ ਦੇ ਵਿੱਚ ਸ਼ੰਕਾ ਸੀ, ਕੋਈ ਡਰ ਸੀਗਾ ਜਾਂ ਕਿਸ ਤਰੀਕੇ ਆਪਣਾ ਬਚਾਅ ਰੱਖਣ ਦੀ ਤੁਸੀਂ ਸੋਚੀ, ਕਿੱਦਾਂ ਸੀਗਾ? ਅਸੀਂ ਸਟਾਰਟਿੰਗ ਤੋਂ ਹੀ ਬਚਾਓ ਰੱਖਿਆ ਹੈ, ਜਿੰਨੇ ਦਿਨ ਦਾ ਲੋਕਡਾਊਨ ਚੱਲੀ ਜਾਂਦਾ ਅਸੀਂ ਪ੍ਰੋਪਰ ਰੂਲਸ ਫੋਲੋ ਕੀਤੇ ਆ ਸਾਰੇ ਦੇ ਸਾਰੇ। ਤੇ ਹੁਣ ਜਦੋਂ ਹੈਗਾ ਠੀਕ ਹੈ ਜੁੱਤੇ ਲੈਣੇ ਆ ਤਾਂ ਪ੍ਰੀਕਾਸ਼ਨ ਤਾਂ ਵਰਤਣੀ ਹੈ, ਇਹ ਵੀ ਅਗਲੇ ਵਰਤੀ ਜਾਂਦੇ ਆ। ਜਦ ਇਹ ਸਾਡੇ ਲਈ ਬੈਠੇ ਆ ਤਾਂ ਸਾਨੂੰ ਵੀ ਇਹਨਾਂ ਲਈ ਕੁਛ ਨਾ ਕੁਛ ਤਾਂ ਕਰਨਾ ਚਾਹੀਦਾ। ਜੇ ਜਿੰਨੀ ਜ਼ਰੂਰਤ ਹੈਗੀ ਹੈ ਉਹਨਾਂ ਸਮਾਨ ਸਾਰੇ ਜਦੋਂ ਬਾਕੀ ਦੁਕਾਨਾਂ ਤੇ ਜਾ ਕੇ ਖਰੀਦ ਰਹੇ ਆ ਤਾਂ ਇਹ ਚੀਜ਼ਾਂ ਵੀ ਜ਼ਰੂਰੀ ਆ, ਇਹ ਵੀ ਆਪਣੇ ਰੈਗੂਲਰ ਰੂਟੀਨ ਵਾਸਤੇ ਜ਼ਰੂਰੀ ਹੈਗੀਆਂ, ਤਾਂ ਕਰਕੇ ਆਪਾਂ ਇਹ ਚੀਜ਼ਾਂ ਵੀ ਲੈਣੀ ਜ਼ਰੂਰੀ ਆ ਸਾਰਿਆਂ ਲਈ। ਠੀਕ ਹੈ ਸਰ। ਤੇ ਤੁਸੀਂ ਵੇਖ ਸਕਦੇ ਹੋ ਵੈਸੇ ਸੈਨੀਟਾਈਜ਼ਰ ਇੱਥੇ ਰੱਖੇ ਹੋਏ ਨੇ। ਇਹ ਸਰ ਸੈਨੀਟਾਈਜ਼ਰ ਹੈ ਇਹ? ਅੱਛਾ ਜੀ, ਜਿਹੜਾ ਕਸਟਮਰ ਆ ਰਿਹਾ ਫਿਰ ਤੁਸੀਂ ਕਰਵਾ ਰਹੇ ਹੋ? ਇੱਥੋਂ ਦੇ ਓਨਰ ਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਨਮਸਕਾਰ ਸਰ, ਕੀ ਨਾਂ ਜੀ ਤੁਹਾਡਾ? ਦਿਨੇਸ਼ ਜੀ। ਦਿਨੇਸ਼ ਜੀ, ਕਿੱਦਾਂ ਲੱਗ ਰਿਹਾ ਹੁਣ ਲੋਕਡਾਊਨ ਦਾ ਅਸਰ ਵੈਸੇ ਤਾਂ ਸਾਰੇ ਕਾਰੋਬਾਰਾਂ ਦੇ ਉੱਤੇ ਪਿਆ ਤੇ ਕਿਵੇਂ ਵੇਖਦੇ ਹੋ ਜੀ ਹੁਣ ਕੀ ਹੁਣ ਸਹੀ ਹੋ ਰਿਹਾ ਸਾਰਾ ਹੌਲੇ ਹੌਲੇ? ਕੀ ਕਹਿਣਾ ਚਾਹੋਗੇ ਕਸਟਮਰਸ ਨੂੰ? ਕਈਆਂ ਦੇ ਮਨ ਦੇ ਵਿੱਚ ਸਹਿਮ ਵੀ ਹੈਗਾ ਇਸ ਨੂੰ ਲੈ ਕੇ ਕਿ ਅਸੀਂ ਨਹੀਂ ਜਾਣਾ, ਖਰੀਦਦਾਰੀ ਨਹੀਂ ਕਰਨੀ। ਹਲੇ ਵੀ ਕਈ ਜਗ੍ਹਾ ਕਿ ਅਸੀਂ ਕਹਿੰਦੇ ਆ ਕਿ ਘਰ 'ਚ ਰਹੋ, ਪਰ ਕਈ ਹੁਣ ਕਹਿਣ ਲੱਗੇ ਕਿ ਜਾਨ ਵੀ ਬਚਾਉਣਾ ਹੈ, ਜਹਾਨ ਵੀ ਬਚਾਉਣਾ ਹੈ, ਕੰਮ ਵੀ ਕਰਨਾ ਹੈ ਅਸੀਂ। ਕੀ ਕਹਿਣਾ ਚਾਹੋਗੇ? ਆਪਣਾ ਧਿਆਨ ਆਪੇ ਹੀ ਰੱਖਣਾ ਪੈਣਾ ਹੈ, ਬਾਕੀ ਮਾਸਕ ਲਾ ਕੇ ਰੱਖੋ, ਸੈਨੀਟਾਈਜੇਸ਼ਨ ਕਰੋ, ਬਸ ਸੋਸ਼ਲ ਡਿਸਟੈਂਸਿੰਗ ਕਰੋ, ਉਹਦੇ ਨਾਲ ਹੀ ਚੱਲੇਗਾ ਕੰਮ। ਠੀਕ ਹੈ। ਸੋ ਚੱਲਦੇ ਹਾਂ ਹੁਣ ਅੱਗੇ। ਇੱਥੇ ਵੈਸੇ ਬਹੁਤ ਵਧੀਆ ਲੱਗਿਆ ਵੇਖ ਕੇ ਕਿ ਕਸਟਮਰਸ ਆਏ ਹੋਏ ਨੇ। ਅਸੀਂ ਇਹੀ ਦੁਆ ਕਰਦੇ ਹਾਂ ਕਿ ਸਾਰਿਆਂ ਦਾ ਕੰਮ ਵਧੀਆ ਚੱਲੇ, ਕਿਉਂਕਿ ਇੱਕ ਬੰਦੇ ਦੇ ਨਾਲ ਬਹੁਤ ਸਾਰੀ ਲੋਕਾਈ ਜਿਹੜੀ ਆ ਜੁੜੀ ਹੁੰਦੀ ਹੈ। ਇਹਨਾਂ ਦੇ ਕਰਿੰਦੇ ਜੁੜੇ ਹੋਏ ਨੇ, ਅੱਗੇ ਉਹ ਕੰਮ ਕਰਦੇ ਨੇ, ਉਹ ਰਾਸ਼ਨ ਖਾਂਦੇ ਨੇ, ਰਾਸ਼ਨ ਵਾਲਿਆਂ ਦਾ ਕੰਮ ਕਰਦੇ, ਜਿਵੇਂ ਪਹਿਲਾਂ ਵੀ ਦੱਸਿਆ। ਸੋ ਇੱਕ ਬੰਦਾ ਅੱਜ ਅਸੀਂ ਵੇਖੀਏ, ਜੇ ਬਰੋਡਰ ਸੈਂਸ ਦੇ ਨਾਲ ਵੇਖੀਏ, ਹੋਲਿਸਟਿਕ ਅਪਰੋਚ ਦੇ ਨਾਲ ਵੇਖੀਏ, ਇੱਕ ਬੰਦਾ ਇਕੱਲਾ ਇੱਕ ਨਹੀਂ ਹੁੰਦਾ, ਉਸ ਦੇ ਨਾਲ ਬਹੁਤ ਸਾਰੇ ਹਜ਼ਾਰਾਂ ਹੀ ਬੰਦੇ ਜੁੜੇ ਹੁੰਦੇ ਨੇ। ਆਓ ਹੁਣ ਚੱਲਦੇ ਹਾਂ ਅੱਗੇ। ਭਾਜੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ। ਭਾਜੀ ਤੁਸੀਂ ਕਿੱਥੇ ਆਏ ਹੋ? ਸਰ ਅਸੀਂ ਸੰਗਰੂਰ ਤੋਂ ਆਏ ਹਾਂ ਜੀ। ਅੱਛਾ, ਕੀ ਕਰਨ ਆਏ ਹੋ ਇੱਥੇ? ਵੀਜ਼ਾ ਦਾ ਕੰਮ ਹੈਗਾ ਤੁਹਾਡਾ? ਹਾਂ ਸਰ, ਅਸੀਂ ਨਾ ਪੁੱਛਗਿੱਛ ਕਰਨ ਵਾਸਤੇ ਆਏ ਹਾਂ। ਹਲੇ ਸਾਡੀ ਬੇਟੀ ਗਈ ਹੋਈ ਹੈ ਪਹਿਲਾਂ, ਤੇ ਉਹਦੇ ਬਾਰੇ ਪੁੱਛਣਾ ਵੀ ਕੀ ਪ੍ਰੋਸੈਸ ਆ ਹੁਣ ਸਰ। ਵੀ ਪਹਿਲਾਂ ਗਈ ਹੋਈ ਹੈ ਤੁਹਾਡੀ ਬੇਟੀ? ਪਹਿਲਾਂ ਬੇਟੀ ਗਈ ਹੈ ਸਰ। ਕਿਹੜੀ ਕੰਟਰੀ 'ਚ? ਕੈਨੇਡਾ। ਤੇ ਹੁਣ ਕੀ ਤੁਸੀਂ ਪੁੱਛਗਿੱਛ ਕਰਨ ਆਏ ਹੋ ਜੀ? ਸਰ ਅਸੀਂ ਆਪ ਜਾਣਾ ਚਾਹੁੰਦੇ ਹਾਂ, ਤੋਂ ਉਹਨੂੰ ਡਿਗਰੀ ਮਿਲਣੀ ਹੈ ਤੇ ਸਤੰਬਰ ਮਹੀਨੇ 'ਚ, ਤੇ ਉਹਦੇ ਬਾਰੇ ਅਸੀਂ ਪੁੱਛਣਾ ਚਾਹੁੰਦੇ ਸਰ। ਸੋ ਤੁਸੀਂ ਇੱਥੇ ਆਏ ਹੋ, ਕੈਨਮ ਦੇ ਆਫਿਸ ਆਏ ਹੋ? ਹਾਂਜੀ ਹਾਂ ਸਰ, ਕੈਨਮ ਵਾਸਤੇ ਬਹੁਤ ਵਧੀਆ ਨੇ ਜੀ। ਅਸੀਂ ਪਹਿਲਾਂ ਬੇਟੀ ਵੀ ਇੱਥੇ ਹੀ ਲੱਗਿਆ ਜੀ। ਹਾਂਜੀ। ਸੋ ਸਰ ਨੇ ਦੱਸਿਆ ਕਿ ਕਈਆਂ ਦੇ ਜਿਹੜੇ ਵੀਜ਼ਾ ਦੇ ਜਿਹੜੇ ਕੰਮ ਨੇ, ਇੱਥੋਂ ਦੇ ਜਿਹੜੇ ਵਰਕਰ ਨੇ ਕੰਮ ਕਰ ਰਹੇ ਨੇ, ਜਿਹੜੇ ਰਸਤੇ ਦੇ ਉੱਤੇ ਹੀ ਡੋਰ ਦੇ ਉੱਤੇ ਸਾਨੂੰ ਮਿਲੇ ਨੇ, ਉਹਨਾਂ ਨੇ ਦੱਸਿਆ ਕਿ ਪੂਰੀ ਸਰਵਿਸਿਜ਼ ਨਹੀਂ ਚਾਲੂ ਕੀਤੀ ਗਈਆਂ ਨੇ, ਲੇਕਿਨ ਕੁਝ ਕੁ ਜਿਹੜੀ ਪ੍ਰੋਸੈਸ ਜਿਹੜਾ ਦਾ ਰੁਕਿਆ ਹੋਇਆ ਸੀਗਾ ਉਹਨਾਂ ਨੂੰ ਐਂਟਰਟੇਨ ਕੀਤਾ ਜਾ ਰਿਹਾ ਹੈ। ਉਹਨਾਂ ਦੀ ਜਿਹੜੀ ਪ੍ਰੋਬਲਮਸ ਨੇ ਉਹ ਸੁਣੀਆਂ ਜਾ ਰਹੀਆਂ ਨੇ। ਕੈਨਮ ਸਰਵਿਸਿਜ਼ ਜਿਹੜਾ ਵੀਜ਼ਾ ਸਰਵਿਸਿਜ਼ ਨੇ ਉਹਨਾਂ ਦੇ ਉੱਤੇ, ਹਾਲਾਂਕਿ ਵੀਜ਼ਾ ਸਰਵਿਸਿਜ਼ ਜਿਹੜੀ ਵੀ ਨੇ, ਐਜੂਕੇਸ਼ਨਲ ਕੰਸਲਟੈਂਟ ਜਿਹੜੇ ਵੀ ਨੇ, ਉਹ ਬਾਕੀ ਸ਼ੋਰੂਮ ਇੱਥੇ ਬੰਦ ਨੇ, ਪਰ ਇੱਥੇ ਜਿਹੜਾ ਇੱਕ ਸ਼ੋਰੂਮ ਹੈ ਉਹ ਹਲੇ ਵੀ ਖੁੱਲ੍ਹਾ ਹੈ ਤੇ ਇੱਥੇ ਡੀਲ ਕੀਤੀ ਜਾ ਰਹੀ ਹੈ ਕਸਟਮਰਸ ਨਾਲ। ਸੋ ਕੋਸ਼ਿਸ਼ ਕਰ ਰਹੇ ਹਾਂ ਕਿ ਗੱਲ ਕਰਨ ਦੀ ਕੋਸ਼ਿਸ਼ ਕਰੀਏ ਅੰਦਰ। ਜਿਹੜੇ ਇੱਥੇ ਐਗਜ਼ੀਕਿਊਟਿਵ ਬੈਠੇ ਨੇ, ਜਿਹੜੇ ਇੱਥੇ ਅਫੀਸਰ ਬੈਠੇ ਨੇ ਕੈਨਮ ਵੀਜ਼ਾ ਸਰਵਿਸਿਜ਼ ਵੱਲੋਂ, ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਦੇ ਨਾਲ ਵੀ। ਸੋ ਦੋਸਤੋ, ਇਸ ਵਕਤ ਅਸੀਂ ਗੈਪ ਦੇ ਸ਼ੋਰੂਮ ਦੇ ਬਾਹਰ ਖੜੇ ਹਾਂ ਤੇ ਜਿਵੇਂ ਤੁਸੀਂ ਵੇਖ ਵੀ ਸਕਦੇ ਆ, ਕੀਪ ਗੈਪ, ਔਰ ਇਹ ਆਪਣੇ ਆਪ ਦੇ ਵਿੱਚ ਇੱਕ ਸੰਦੇਸ਼ ਵੀ ਦੇ ਰਿਹਾ ਹੈ ਔਰ ਇਹਨਾਂ ਦੀ ਬ੍ਰਾਂਡਿੰਗ ਵੀ ਕਰ ਰਿਹਾ। ਆਓ ਅੰਦਰ ਚੱਲ ਕੇ ਵੇਖਦੇ ਹਾਂ ਕਿ ਕਿਸ ਤਰੀਕੇ ਦੇ ਹਾਲਾਤ ਨੇ। ਵੈਸੇ ਇਹਨਾਂ ਨੇ ਬਾਹਰ ਹੀ ਰੱਖਿਆ ਹੋਇਆ ਸੈਨੀਟਾਈਜ਼ਰ ਵੀ ਪੁਸ਼ ਕਰਨ ਵਾਸਤੇ, ਫੁੱਟ ਆਪਰੇਟਡ, ਗੈਪ ਮੇਨਟੇਨ ਕਰਕੇ। ਮੇਰਾ ਟੈਂਪਰੇਚਰ ਚੈੱਕ ਕੀਤਾ ਗਿਆ, ਬਹੁਤ ਸੋਹਣਾ ਨਾਮ ਵੀ, ਔਰ ਆਪਣੇ ਆਪ ਦੇ ਵਿੱਚ ਇੱਕ ਕੋਇੰਸੀਡੈਂਸ ਲਗਾ ਲਓ। ਨਮਸਕਾਰ ਸਰ। ਨਮਸਕਾਰ। ਤੁਹਾਡਾ ਨਾਂ ਜੀ? ਮੇਰਾ ਨਾਮ ਅਸ਼ਵਨੀ ਕੁਮਾਰ। ਸਰ ਕਿੰਨਾ ਕੁ ਗੈਪ ਤੁਸੀਂ ਮੇਨਟੇਨ ਕਰ ਰਹੇ ਹੋ? ਮਿਸਟਰ ਸ਼ਿਵਾਂਗ ਜੀ। ਸੋ ਮਿਸਟਰ ਸ਼ਿਵਾਂਗ ਜਿਹੜੇ ਨੇ ਉਹ ਸਾਨੂੰ ਦੱਸਣਗੇ। ਮਿस्टर शिवांग, कितना गैप ਤੁਸੀਂ मेंटेन कर रहे हो इस वक्त? ऑलमोस्ट सर, जो भी कस्टमर आ रहे हैं उनके हाइजीन का प्रॉपर ध्यान रखा जा रहा है। कस्टमर आता है, सैनिटाइजर से हाथ होता है, टेम्परेचर चेक होता है। ज़्यादा आर्टिकल ट्राई नहीं कराते, 1 या 2 मैक्सिमम। जो ट्राई कराते हैं उसको भी 24 घंटे के लिए साइड पे रखा जाता है।
हर कस्टमर ट्रायल के बाद पूरा सैनिटाइज़र से रूम सैनिटाइज होता है। सुबह फॉगिंग मशीन से सारा स्टोर हम सैनिटाइज करते हैं, कस्टमर की एंट्री देते हैं। सर आप बता रहे हैं कि जो कस्टमर चेक करता है, ट्राई करता है, वो कपड़ा उसको आप अलग रखते हैं, वो आपने कहाँ पे बनाया हुआ आप दिखा सकते हैं? सर अभी बैक साइड पे है, अभी तो सुबह कोई नहीं आया, अभी कस्टमर कोई नहीं है, अभी तक तो कोई आर्टिकल पड़ा ही नहीं हुआ हमारे पास। नॉर्मली हम बैक साइड पे रखते हैं उसको। आप जो अब वो कपड़ा है वो कितने समय तक आप वहाँ पे रखते हैं? 24 आवर्स के लिए साइड पे रखते हैं सर। अगले दिन उसको भी प्रॉपर सैनिटाइज स्टीम आयन करके फिर उसके 1-2 घंटे बाद फ्लोर पे लगता है वो। सर जो स्टीम आयन आप बता रहे हैं वो यहाँ पे दिख सकती है, हमें मिल सकती है देखने के लिए? सो दोस्तों जिमें ਤੁਸੀਂ ਵੇਖ ਸਕਦੇ ਆ ਸੈਨੀਟਾਈਜ਼ਰ ਵੀ ਰੱਖੇ ਹੋਏ ਨੇ ਔਰ ਸਟੀਮ ਆਇਨ ਜਿਵੇਂ ਸਰ ਵਿਖਾ ਰਹੇ ਨੇ ਬਖੂਬੀ, ਔਰ ਜਿਹਦੇ ਨਾਲ ਜਿਹੜਾ ਹੈ ਉਹ ਕੱਪੜਿਆਂ ਨੂੰ ਸਪੈਸ਼ਲੀ ਜਿਹੜੇ ਕੱਪੜੇ ਪਾ ਕੇ ਟਰਾਈ ਕਰਕੇ ਯੂਜ਼ ਕਰਕੇ ਰੱਖੇ ਜਾਂਦੇ, ਜਿਹੜਾ ਕਸਟਮਰ ਕਈ ਵਾਰੀ ਨਹੀਂ ਲੈ ਕੇ ਜਾਂਦਾ ਉਸ ਨੂੰ ਪ੍ਰੋਪਰ ਤਰੀਕੇ ਨਾਲ ਸੈਨੀਟਾਈਜ਼ ਵੀ ਕੀਤਾ ਜਾਂਦਾ ਹੈ। स्टीम आयरन सर इससे प्रॉपर सैनिटाइज होता है सर। रोज सुबह होके फॉगी से क्लियर भी करते हैं, रोज सुबह फॉगी मशीन से ये हम पूरा स्टोर सैनिटाइज करते हैं। फॉगी मशीन है? हाँ जी, ये जब चलती है तो पूरा स्टोर में फॉग हो जाती है जो हर कपड़े के ऊपर रहती है और जिससे वो सैनिटाइज हो जाता है। और उसके बाद फिर हम जैसे किसी ने ट्राई करा तो हम वो जो रेड वाला बॉक्स देख रहे हो उससे वो स्प्रे करेगा हैंडल्स के ऊपर और अंदर। मैं आपको करके दिखाता हूँ वो कैसे करता है। ਸੋ ਜਿਵੇਂ ਇਹਨਾਂ ਨੇ ਦੱਸਿਆ ਕਿ ਰੈਸੀਪ੍ਰੋਕਲ ਚੱਲੇਗਾ, ਰੈਸੀਪ੍ਰੋਕੇਟ ਕਰਦੇ ਨੇ। 2 ਟਰਾਈ ਰੂਮ ਬਣਾਏ ਗਏ ਨੇ ਸਪੈਸ਼ਲੀ ਇਸ ਕਰੋਨਾ ਦੇ ਜਿਹੜਾ ਬਚਾਵ ਨੂੰ ਮੱਦੇਨਜ਼ਰ ਰੱਖਦੇ ਹੋਏ, ਔਰ ਆਪਣੇ ਆਪ ਦੇ ਗੈਪ ਮੇਨਟੇਨ ਕਰਕੇ ਰੱਖ ਰਹੇ ਨੇ, ਇੰਸਟਰੂਮੈਂਟ ਯੂਜ਼ ਕਰ ਰਹੇ ਨੇ ਬਖੂਬੀ। ਔਰ ਜਿਹੜੇ ਕਸਟਮਰਸ ਨੇ ਇੱਥੇ ਦੱਸ ਰਹੇ ਨੇ ਸਰ ਕਿ ਕਸਟਮਰਸ ਜਿਹੜੇ ਨੇ ਉਹਨਾਂ ਦਾ ਥੋੜ੍ਹਾ ਜਿਹਾ ਜਿਹੜਾ ਰੁਝਾਨ ਹੈਗਾ ਉਹ ਥੋੜ੍ਹਾ ਜਿਹਾ ਘੱਟ ਹੈਗਾ ਹਲੇ। ਸਰ ਕਿਸ ਤਰੀਕੇ ਦੀ ਕਸਟਮਰਸ ਦੀ ਜਿਹੜੀ ਮਾਨਸਿਕਤਾ ਹੈ, ਮੈਂਟੈਲਿਟੀ ਹੈ, ਹੁਣ ਬਦਲ ਰਹੀ है खोले खोले, किस तरीके का है सारा कुछ तुसी दसोगे सर? सर कस्टमर्स का कैसे अभी माइंड कैसे है कस्टमर्स का? सर थोड़े घबराए हुए हैं, लेकिन ऐसा नहीं है कि वो शॉपिंग करनी बंद कर रहे हैं। जब उनको ये पता चल रहा है कि शॉपिंग करते हुए हमारा उनका एहतियात बढ़ती जा रही है तो दे आर फाइन विद इट एंड दे आर डूइंग वेरी इजीली। मतलब क्या कहना चाहेंगे? कुछ लोगों के दिल में जो है, जहन में अभी थोड़ा सा डर भी है, क्या कहना चाहेंगे उनको? सर डर तो ऐसा कि अगर हम इंटरेक्ट कर रहे हैं तो हमारे लिए भी होना चाहिए, तो लेकिन हमने जब इतना केयर रखा हुआ है तो डर हमारे लिए भी नहीं है और उनके लिए भी नहीं होना चाहिए। उनको यहाँ पे टेंशन फ्री आना चाहिए बिकॉज यहाँ पे ऐसा कोई प्रॉब्लम नहीं उनको हो सकती ਜੀ। ਸੋ ਦੋਸਤੋ ਇਸ ਵਕਤ ਅਸੀਂ ਪਹੁੰਚੇ ਹੋਏ ਸੀ ਸੈਕਟਰ 17 ਦੇ ਗੈਪ ਦੇ ਸ਼ੋਰੂਮ ਦੇ ਵਿੱਚ, ਜਿੱਥੇ ਪ੍ਰੋਪਰ ਤਰੀਕੇ ਨਾਲ ਗੈਪ ਮੇਨਟੇਨ ਕੀਤਾ ਜਾ ਰਿਹਾ ਔਰ ਸਲੋਗਨ ਵੀ ਲਿਖਿਆ ਹੋਇਆ ਹੈ ਕੀਪ ਗੈਪ। ਆਪਣੇ ਆਪ ਦੇ ਵਿੱਚ ਇੱਕ ਬ੍ਰਾਂਡਿੰਗ ਵੀ ਕਰ ਰਿਹਾ ਹੈ ਔਰ ਇੱਕ ਸੰਦੇਸ਼ ਵੀ ਦੇ ਰਿਹਾ ਹੈ ਕਸਟਮਰਸ ਨੂੰ ਕਿ ਤੁਸੀਂ ਜਿਹੜਾ ਹੈ ਪ੍ਰੋਪਰ ਤਰੀਕੇ ਨਾਲ ਗੈਪ ਮੇਨਟੇਨ ਕਰਕੇ ਰੱਖੋ, ਮਾਸਕ ਪਾ ਕੇ ਰੱਖੋ, ਗਲਵਸ ਪਾ ਕੇ ਰੱਖੋ ਔਰ ਆਪਣਾ ਬਚਾਅ ਵੀ ਕਰਕੇ ਰੱਖੋ। ਟਰਾਈ ਰੂਮ ਵਾਲਾ ਪੁੱਛ ਲੈਂਦਾ ਇਹਨਾਂ ਤੋਂ ਥੋੜਾ ਜਿਹਾ, ਤੁਸੀਂ ਦੱਸ ਸਕਦੇ ਹੋ ਸਰ? ਸੋ ਦੋਸਤੋ ਇਸ ਵਕਤ ਮੈਂ ਪਹੁੰਚਿਆ ਹੋਇਆ US ਪੋਲੋ ਐਸ ਇਨ ਦੇ ਸ਼ੋਰੂਮ ਦੇ ਵਿੱਚ। ਜਿਵੇਂ ਤੁਸੀਂ ਪਿੱਛੇ ਵੇਖ ਵੀ ਸਕਦੇ ਆ ਬਹੁਤ ਸਾਰੀ ਐਸੈਸਰੀਜ਼, ਬਹੁਤ ਸਾਰੇ ਕੱਪੜੇ ਇੱਥੇ ਪਏ ਨੇ ਤੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਕਿਵੇਂ ਇਹ ਲੋਕ ਜਿਹੜੇ ਹੈਗਾ ਆ ਉਹ ਆਪਣਾ ਤੇ ਕਸਟਮਰਸ ਦਾ ਖਿਆਲ ਰੱਖ ਰਹੇ ਨੇ। ਆਓ ਗੱਲ ਕਰਦੇ ਆ। ਸਤਿ ਸ਼੍ਰੀ ਅਕਾਲ ਸਰ, ਕੀ ਨਾਂ ਜੀ ਤੁਹਾਡਾ? विकास वर्मा। ਵਿਕਾਸ ਜੀ ਕਿਸ ਤਰੀਕੇ ਨਾਲ ਤੁਸੀਂ ਖਿਆਲ ਰੱਖ ਰਹੇ ਹੋ ਆਪਣਾ ਤੇ ਕਸਟਮਰਸ ਦਾ? ਖਾਸ ਤੌਰ ਦੇ ਉੱਤੇ ਸਾਡਾ ਜਿਹੜਾ ਮੇਨ ਫੋਕਸ ਅੱਜ ਇਹ ਹੈ ਕਿ ਜਿਹੜੇ ਟਰਾਈ ਰੂਮ ਹੁੰਦੇ ਆ, ਕਸਟਮਰ ਆਉਂਦੇ ਆ ਉਹ ਕੱਪੜਾ ਟਰਾਈ ਕਰਦੇ ਆ, ਹੈ ਨਾ ਜੀ, ਤੇ ਕਿਸ ਤਰੀਕੇ ਨਾਲ ਤੁਸੀਂ ਉਹਨਾਂ ਨੂੰ ਹੁਣ ਖਿਆਲ ਰੱਖ ਰਹੇ ਹੋ, ਕੀ ਹਦਾਇਤਾਂ ਦਾ ਤੁਸੀਂ ਪਾਲਣ ਕਰ ਰਹੇ ਹੋ? ਟਰਾਈ ਰੂਮ ਦੇ ਵਿੱਚ ਜਿਹੜਾ ਕੱਪੜਾ ਟਰਾਈ ਕਰਦੇ ਨੇ ਉਹ ਨਹੀਂ ਲੈ ਕੇ ਜਾਂਦੇ ਕਈ ਵਾਰੀ, ਉਹਦਾ ਫਿਰ ਕਿਸ ਤਰੀਕੇ ਨਾਲ ਤੁਸੀਂ ਖਿਆਲ ਰੱਖ ਰਹੇ ਹੋ, ਕਿਸ ਤਰੀਕੇ ਨਾਲ ਸੈਨੀਟਾਈਜ਼ ਕਰ ਰਹੇ ਹੋ? ਸਰ ਫਸਟ ਆਫ ਆਲ ਜਿਹੜੇ ਸਾਡੇ ਸਿਕਿਉਰਿਟੀ ਗਾਰਡਸ ਨੇ, ਪਹਿਲਾਂ ਉਹ ਕਸਟਮਰ ਦਾ ਜਿਹੜਾ ਟੈਂਪਰੇਚਰ ਹੈ ਉਹ ਚੈੱਕ ਕੀਤਾ ਜਾਂਦਾ, ਦੈਨ ਸੈਕੰਡਲੀ ਉਸ ਤੋਂ ਬਾਅਦ ਉਹਨਾਂ ਦੇ ਜਿਹੜੇ ਹੱਥ ਹੈ ਉਹ ਸੈਨੀਟਾਈਜ਼ ਕੀਤੇ ਜਾਂਦੇ ਨੇ। ਪਲੱਸ ਅਗਰ ਕਸਟਮਰ ਨੇ ਮਾਸਕ ਨਹੀਂ ਵੇਅਰ ਕੀਤਾ ਹੋਇਆ ਤਾਂ ਉਹਨਾਂ ਨੂੰ ਮਾਸਕ ਦਾ ਕਿਹਾ ਜਾਂਦਾ ਹੈ। ਪਲੱਸ ਆਪਣੇ ਕੋਲੇ ਮਾਸਕ ਪਏ ਵੀ ਨੇ ਜਿਨ੍ਹਾਂ ਕਸਟਮਰ ਕੋਲ ਨਹੀਂ ਹੈ, ਸੋ ਉਹਨਾਂ ਨੂੰ ਦਿੱਤੇ ਵੀ ਜਾ ਰਹੇ ਨੇ। ਕਿੱਥੇ ਪਏ ਨੇ ਮਾਸਕ? ਮਾਸਕ ਸਰ ਸਾਈਡ ਤੇ ਰੱਖੇ ਹੋਏ ਨੇ, ਉਹ ਦੇਖੋ ਜੀ। ਤੇ ਜਿਹੜੇ ਕਸਟਮਰ ਕੋਲ ਨਹੀਂ ਹੈਗੇ ਨੇ ਬਾਈ ਦ ਵੇ, ਤੇ ਉਹਨਾਂ ਨੂੰ ਸੈਕਿੰਡ ਸਰ ਜਿਹੜਾ ਟਰਾਈ ਰੂਮ ਹੈ, ਇੱਕ ਤਾਂ ਆਪਾਂ ਇਹ ਕੋਸ਼ਿਸ਼ ਕਰੀਦੀ ਹੈ ਕਿ ਕਸਟਮਰ ਟਰਾਈ ਨਾ ਕਰੇ, ਉਹਨਾਂ ਦਾ ਅਗਰ ਐਗਜ਼ੈਕਟ ਸਾਈਜ਼ ਹੈਗਾ ਤੇ ਉਹ ਲੈ ਜਾ ਸਕਦੇ ਨੇ। ਅਦਰਵਾਈਜ਼ ਜਿਹੜਾ ਕਸਟਮਰ ਟਰਾਈ ਕਰ ਰਹੇ ਨੇ ਔਰ ਨਹੀਂ ਲੈ ਕੇ ਜਾ ਰਹੇ, ਸੋ ਇੱਕ ਕੁਆਰੰਟਾਈਨ ਬਾਕਸ ਬਣਾਇਆ ਹੈ ਸਰ। ਕਿੱਥੇ ਹੈਗਾ ਸਰ? ਉਹ ਅੰਦਰ ਹੈ ਸਰ, ਮੈਂ ਦਿਖਾ ਦਿੰਦਾ। ਸੋ ਉਹ ਜਿਹੜੇ ਕੱਪੜੇ ਨੇ ਉਹ ਸਾਰੇ ਕੁਆਰੰਟਾਈਨ ਬਾਕਸ ਦੇ ਵਿੱਚ ਚਲੇ ਜਾਂਦੇ ਨੇ, ਤਾਂ ਆਪਾਂ ਉਹ 2 ਦਿਨ ਬਾਅਦ ਉਹਨਾਂ ਨੂੰ ਜੀਫਰੀ ਕਰਕੇ ਆਰਮੀ ਕਰਕੇ ਦੈਨ ਲਗਾ ਦਿੰਦੇ। ਇਹ ਕੁਆਰੰਟਾਈਨ ਬਾਕਸ ਹੈ ਜੀ। ਸੋ ਜਿਹੜਾ ਹੈਗਾ ਉਹ ਕੁਆਰੰਟਾਈਨ ਬਾਕਸ ਇੱਥੇ ਲਿਖਿਆ ਵੀ ਹੋਇਆ, ਹਾਂਜੀ ਹਾਂਜੀ ਸਰ, ਤੁਸੀਂ ਵੇਖ ਸਕਦੇ ਆ ਇੱਥੇ ਲਿਖਿਆ ਵੀ ਹੋਇਆ। ਮੈਂ ਕੈਮਰਾਮੈਨ ਸ਼ਮਸ਼ੇਰ ਸਿੰਘ ਜੀ ਨੂੰ ਕਹਾਂਗਾ ਕਿ ਇੱਥੇ ਲਿਖਿਆ ਹੋਇਆ ਵੀ ਵਿਖਾ ਦਿਓ, ਸਪੈਸ਼ਲ ਬਣਾਇਆ ਹੋਇਆ ਕੁਆਰੰਟਾਈਨ ਬਾਕਸ ਬਣਾਇਆ ਹੋਇਆ ਹੈ ਔਰ ਕੱਪੜਿਆਂ ਦਾ। ਸਰ ਕਿੰਨੀ ਦੇਰ ਤੱਕ ਤੁਸੀਂ ਰੱਖਦੇ ਹੋ ਇੱਥੇ? ਸਰ ਇਹ ਘੱਟ ਤੋਂ ਘੱਟ 2 ਦਿਨ ਵਾਸਤੇ। ਹਾਂਜੀ, ਤੇ ਉਸ ਤੋਂ ਬਾਅਦ ਇਹਨਾਂ ਨੂੰ ਕੋਈ ਪ੍ਰੋਸੈਸ ਵੀ ਕੀਤਾ ਜਾਂਦਾ ਕੋਈ ਖਾਸ? ਹਾਂਜੀ ਸਰ, ਉਸ ਤੋਂ ਬਾਅਦ ਇਹਨਾਂ ਨੂੰ ਸੈਨੀਟਾਈਜ਼ ਕੀਤਾ ਜਾਂਦਾ ਹੈ ਜੀਫੀ ਕਰਕੇ,
ਔਰ ਦੈਨ ਉਸ ਤੋਂ ਬਾਅਦ ਇਹਨਾਂ ਨੂੰ ਹੈਂਗ ਦੁਬਾਰਾ ਲਗਾਇਆ ਜਾਂਦਾ ਹੈ। ਹਾਂਜੀ ਹਾਂਜੀ ਸਰ। ਠੀਕ ਹੈ ਸਰ, ਠੀਕ ਹੈ ਜੀ। ਸੋ ਬਹੁਤ ਖਿਆਲ ਰੱਖਿਆ ਜਾ ਰਿਹਾ। ਆਓ ਹੁਣ ਚੱਲਦੇ ਹਾਂ ਅੱਗੇ ਜੀ। ਦੋਸਤੋ, ਚਾਈਨਾ ਤੋਂ ਜਿਹੜਾ ਕਰੋਨਾ ਚੱਲਿਆ ਉਸ ਦੇ ਕਾਰਨ ਪੂਰੀ ਦੁਨੀਆ ਦੇ ਵਿੱਚ ਤਕਰੀਬਨ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਲੋਕਡਾਊਨ ਲਗਾਉਣਾ ਪਿਆ। ਸਾਡੇ ਦੇਸ਼ ਦੇ ਵਿੱਚ ਵੀ ਲੋਕਡਾਊਨ ਲਗਾਉਣਾ ਪਿਆ, ਪਰ ਘਰ ਦੇ ਵਿੱਚ ਇੰਟਰਨੈਟ ਹੋਣ ਕਰਕੇ ਬਹੁਤ ਸਾਰੇ ਲੋਕਾਂ ਨੇ ਇਸ ਦਾ ਫਾਇਦਾ ਵੀ ਚੁੱਕਿਆ। ਘਰ ਵਿੱਚ ਰਹਿ ਕੇ ਨਵੀਆਂ ਚੀਜ਼ਾਂ ਸਿੱਖੀਆਂ ਨੇ। ਕਿਸੇ ਨੇ ਪਾਠ ਕਰਨਾ ਸਿੱਖਿਆ, ਕਿਸੇ ਨੇ ਕੁਝ ਬਣਾਉਣਾ ਸਿੱਖਿਆ, ਕਿਸੇ ਨੇ ਹਲਵਾਈਆਂ ਦੀ ਤਰ੍ਹਾਂ ਬਹੁਤ ਸਾਰੇ ਪਕਵਾਨ ਬਣਾਉਣੇ ਸਿੱਖੇ ਨੇ, ਨਵੀਆਂ ਚੀਜ਼ਾਂ। ਪਰ ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਆ ਕਿ ਯਾਰ ਜਿਹੜੀ ਹਲਵਾਈ ਚੀਜ਼ ਬਣਾਉਂਦਾ ਨਾ, ਉਹਦੇ ਹੱਥ ਦਾ ਰਸ ਉਹੀ ਬਣਾ ਸਕਦਾ, ਉਹੀ ਜਾਣਦਾ। ਮੇਰੇ ਨਾਲ ਇਸ ਵਕਤ ਮੌਜੂਦ ਨੇ ਜੀ ਗੁਰੂ ਨਾਨਕ ਸਵੀਟ ਦੇ ਮਾਲਕ। ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਵੇਂ ਦਾ ਰੁਝਾਨ ਹੈ ਕਸਟਮਰਸ ਦਾ, ਕਿ ਕਸਟਮਰਸ ਡਰੇ ਹੋਏ ਨੇ, ਕਿਉਂਕਿ ਬਹੁਤ ਲੋਕ ਇਹ ਵੀ ਕਹਿ ਰਹੇ ਨੇ ਕਿ ਬਾਹਰ ਦਾ ਸਾਨੂੰ ਖਾਣਾ ਨਹੀਂ ਚਾਹੀਦਾ। ਆਓ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਰ ਜੀ, ਸਭ ਤੋਂ ਪਹਿਲਾਂ ਤੁਹਾਡਾ ਨਾਮ ਜਾਣਨਾ ਚਾਹਾਂਗੇ ਤੇ ਇਹ ਦੱਸੋ ਕਿ ਕਿਵੇਂ ਦਾ ਰੁਝਾਨ ਹੈਗਾ ਕਸਟਮਰਸ ਦਾ। ਮੇਰਾ ਨਾਮ ਅਮਨ ਹੈ ਜੀ। ਤੇ ਜਿਵੇਂ ਲੋਕਡਾਊਨ ਤੋਂ ਬਾਅਦ ਦੁਕਾਨਾਂ ਹੁਣ ਦੁਬਾਰਾ ਖੁੱਲੀਆਂ, ਠੀਕ ਹੈ, ਕਸਟਮਰ ਆ ਰਿਹਾ ਬਟ ਡਰ ਕੇ ਆ ਰਿਹਾ, ਬਹੁਤ ਘੱਟ ਆ ਰਿਹਾ। ਕੀ ਕਹਿਣਾ ਚਾਹੋਗੇ ਜੀ? ਲੋਕ ਇਹ ਕਹਿੰਦੇ ਆ ਕਿ ਜਿਹੜੀ ਹਲਵਾਈ ਦੀ ਚੀਜ਼ ਜਿਹੜੀ ਹੁੰਦੀ ਆ ਉਹ ਹਲਵਾਈ ਜਾਣਦਾ ਬਣਾਉਣੀ, ਤੇ ਘਰ ਵਿੱਚ ਭਾਵੇਂ ਅਸੀਂ ਜਿੰਨਾ ਮਰਜ਼ੀ ਸਿੱਖ ਲਈਏ, ਕੁਝ ਲੋਕ ਇਹ ਵੀ ਕਹਿੰਦੇ ਆ ਕਿ ਉਹ ਨਹੀਂ ਬਣਾ ਸਕਦੇ। ਬਹੁਤ ਸਾਰੇ ਲੋਕਾਂ ਨੇ ਟਰਾਈ ਵੀ ਕੀਤੀ ਹੈ, YouTube ਦੇ ਉੱਤੇ ਸਿੱਖਦੇ ਵੀ ਆ ਤੇ ਬਹੁਤ ਲੋਕੀ ਮਾਹਰ ਵੀ ਹੋ ਗਏ ਆ। ਕੀ ਕਹਿਣਾ ਚਾਹੋਗੇ ਤੁਸੀਂ? YouTube ਤੋਂ ਖੈਰ ਲੋਕਾਂ ਨੇ ਸਿੱਖਿਆ ਤੇ ਬਹੁਤ ਕੁਛ ਹੈ 2 ਮਹੀਨੇ, ਪਰ ਫਿਰ ਵੀ ਜੋ ਪ੍ਰੋਫੈਸ਼ਨਲ ਆਤਾ ਉਹ ਪ੍ਰੋਫੈਸ਼ਨਲ ਹੀ ਹੁੰਦਾ ਜੀ। ਫਰਕ ਤਾਂ ਹੁੰਦਾ ਹੀ ਹੈ ਥੋੜਾ ਬਹੁਤ। ਅੱਛਾ, ਮੈਨੂੰ ਇਹ ਦੱਸੋ ਕਿ ਰੁਝਾਨ ਕਿਵੇਂ ਦਾ ਹੁਣ ਕੰਮ ਦੇ ਉੱਤੇ? ਕਿੰਨਾ ਕੁ ਅਸਰ ਪਿਆ ਤੁਹਾਡੇ? ਗੱਡੀ ਲਈ ਤੇ ਆ ਰਹੀ ਹੈ, ਹੌਲੀ ਹੌਲੀ ਕੰਮ ਖੁੱਲ ਰਿਹਾ ਜਿਵੇਂ, ਪਰ ਉਹਨਾਂ ਨਹੀਂ ਹੈ ਜਿਵੇਂ ਪਹਿਲੇ ਜੋ ਫਲੋ ਵਿੱਚ ਚੱਲ ਰਿਹਾ ਸੀ। ਘੱਟ ਹੈ ਪਰ ਅੱਛਾ ਕੰਮ ਹੈ, ਠੀਕ ਹੈ। ਜਿਹੜੇ ਤੁਹਾਡੇ ਕਾਰੀਗਰ ਸੀਗੇ ਉਹਨਾਂ ਨੂੰ ਤੁਸੀਂ ਸਾਰਿਆਂ ਨੂੰ ਬੁਲਾ ਲਿਆ ਕਿ ਕੁਝ ਉਹਨਾਂ ਦੀ ਵੀ ਕਟੌਤੀ ਕੀਤੀ ਆ? ਨਹੀਂ, ਕਟੌਤੀ ਕੀਤੀ ਹੈ ਜੀ। ਸਾਡੇ ਕੋਲ ਇਸ ਟਾਈਮ 50 to 60% ਸਾਡਾ ਸਟਾਫ ਹੈਗਾ, 40% ਸਾਡਾ ਚਲੇ ਗਿਆ। ਸਟਾਫ ਸਾਡਾ ਜਾ ਚੁੱਕਾ ਘਰੇ, ਉਹ ਹਲੇ ਆਏ ਨਹੀਂ ਮੁੰਡੇ। ਤੇ ਹਾਈਜੀਨ ਦਾ ਕਿਵੇਂ ਧਿਆਨ ਰੱਖ ਰਹੇ ਹੋ ਕਸਟਮਰਸ ਦਾ? ਹਾਈਜੀਨ ਦਾ ਬਾਹਰ ਸੈਨੀਟਾਈਜ਼ਰ ਇਹ ਤੁਹਾਡੇ ਸਾਹਮਣੇ ਫੁੱਟ ਪ੍ਰੈਸ ਲਾਇਆ ਹੋਇਆ, ਬਾਕੀ ਕੈਪ ਸਾਰੇ ਮੁੰਡਿਆਂ ਨੇ ਪਾਈਆਂ, ਗਲਵ ਸਾਰੇ ਮੁੰਡਿਆਂ ਨੇ ਪਾਏ ਹੋਏ ਆ, ਮਾਸਕ ਸਾਰਿਆਂ ਕੋਲ ਹੈਗੇ ਆ। ਜ਼ਿਆਦਾ ਇਨ ਫਿਜ਼ੀਕਲ ਟੱਚ ਅਸੀਂ ਕਸਟਮਰ ਦੇ ਨਾਲ ਆ ਨਹੀਂ ਰਹੇ, ਥੋੜਾ ਗੈਪ ਮੇਨਟੇਨ ਕਰਕੇ ਚੱਲ ਰਹੇ ਹਾਂ ਜੀ। ਠੀਕ ਹੈ ਸਰ। ਸੋ ਇਹ ਸਨ ਗੁਰੂ ਨਾਨਕ ਸਵੀਟ ਦੇ ਮਾਲਕ, ਜਿਨ੍ਹਾਂ ਨੇ ਦੱਸਿਆ ਕਿ ਕਿਵੇਂ ਰੁਝਾਨ ਚੱਲ ਰਿਹਾ ਕਸਟਮਰਸ ਦਾ। ਔਰ ਜਿਵੇਂ ਤੁਸੀਂ ਵੇਖ ਵੀ ਸਕਦੇ ਹੋ ਕਿ ਸੈਨੀਟਾਈਜ਼ਰ ਵੀ ਇੱਥੇ ਪਿਆ, ਫੁੱਟ ਆਪਰੇਟਡ ਸੈਨੀਟਾਈਜ਼ਰ, ਔਰ ਸਪੈਸ਼ਲੀ ਇਹ ਸਪਰੇਅ ਵਾਲਾ ਸੈਨੀਟਾਈਜ਼ਰ ਜਿਹੜਾ ਹੈਗਾ, ਇਹ ਵਧੀਆ ਗੱਲ ਹੈਗੀ ਹੈ, ਇਹ ਰੱਖਿਆ ਹੋਇਆ। ਤੇ ਹੋਰ ਵੀ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿਵੇਂ ਦਾ ਲੱਗ ਰਿਹਾ ਜੀ ਹੁਣ ਜਿੱਦਾਂ ਕਸਟਮਰਸ ਆ ਰਹੇ ਨੇ, ਤੇ ਲੋਕਡਾਊਨ ਤੋਂ ਬਾਅਦ ਕਿੰਨਾ ਕੁ ਅਸਰ ਪਿਆ? ਤੁਹਾਡੇ ਹੋਰ ਵੀ ਕੋਲੀਗਸ ਹੋਣੇ ਇੱਥੇ ਜਿਹੜੇ ਹੋਰ ਵੀ ਕਰਿੰਦੇ ਤੁਹਾਡੇ ਨਾਲ, ਤੁਹਾਡੇ ਵੀਰ ਭਰਾ ਪਹਿਲਾਂ ਕੰਮ ਕਰਦੇ ਸੀ, कितना का असर पे? तुसी कित्थों दे हो, की ना है थोड़ा? हमारा नाम रामू है जी। कहाँ से बिलोंग करते हैं आप? हम जी अयोध्या से हैं। अयोध्या से। सो इस वक्त असी नैशनल बेकर्स से शोरूम के विच हाँ, जिवें तुसीं पिछे वेख सकते हैं, बहुत सारे केक्स पे ने, कुकीज़ पईयां ने, बिस्किट पे ने, ते खाण पीण दीयां चीज़ां। मेरे नाल इस वक्त सरदार साहब मौजूद ने। सत श्री अकाल सर। सत श्री अकाल जी। सर की ना जी तुहाडा? परमवीर है जी। परमवीर जी, कितना का असर पिया जी कस्टमर्स का हुण इस वक्त लॉकडाउन तो बाद? कस्टमर्स काफ़ी घट गए ने, पर हुण दोबारा ली आ रही है गड्डी। बिल्कुल, दुकानदारी पूरी दोबारा हुण चलनी शुरू हो गई है। जोमैटो स्विगी तो भी साडे ऑर्डर जाते हैं, तो वो भी हुण हले हौली हौली चलने शुरू हो गए ने। हले भी तुसीं मानते हो कि कस्टमर्स दे विच लोकां दे विच सहम हैगा थोड़ा जिहा बाहर दी चीज़ां? सहम हैगा जी। एक्चुअली अजकल लोगों ने यूट्यूब देख के घरों सब कुछ बनाना शुरू करता हैगा, ते हुण लोगों को ये हुंदा है जी घर वधिया चीज़ बन रही है, इसलिए थोड़ा डरे हुए ने, ते तां भी बहुत फर्क पै रहा जी इस चीज़ तुसीं दा। की मानते हो कि यूट्यूब तो सीख के ਅਸੀਂ ਬਹੁਤ ਸਾਰੇ ਜਿੱਦਾਂ ਲੋਕੀ ਕਹਿੰਦੇ ਵੀ ਨੇ, YouTube ਦੇ ਉੱਤੇ ਪਾਇਆ ਵੀ ਜਾਂਦਾ, ਸਟੋਰੀਜ਼ ਵੀ ਪਾਈ ਜਾਂਦੇ ਖਾਸ ਤੌਰ 'ਤੇ, ਤੇ ਫੇਸਬੁੱਕ ਦੇ ਉੱਤੇ ਇੱਕ ਦੂਜੇ ਨੂੰ ਵਿਖਾਉਂਦੇ ਆ, ਫਰੈਂਡਸ ਨੂੰ, ਰਿਸ਼ਤੇਦਾਰਾਂ ਨੂੰ, ਲੋਕੀ ਹੱਸ ਕੇ ਖੁਸ਼ ਹੋ ਗਏ। ਕੀ ਲੱਗਦਾ ਜੀ ਕਿ ਘਰ ਉਹੀ ਜਿਹੀ ਚੀਜ਼ ਬਣ ਜਾਂਦੀ ਹੈ? ਨਹੀਂ ਜੀ, ਸਾਡੇ ਕੋਲ ਆਉਂਦੇ ਨੇ ਕਈ ਲੋਕੀ ਕਿ ਥੋੜਾ ਜਲ ਜ਼ਿਆਦਾ ਗਿਆ ਸੀਗਾ, ਕਰੀਮ ਤੁਸੀਂ ਉੱਪਰ ਤੁਸੀਂ ਆਈਸਿੰਗ ਕਰ ਦੋਗੇ। ਆਉਂਦੇ ਨੇ ਕਈ ਆ ਕੇ ਪੁੱਛਦੇ ਨੇ ਤੁਸੀਂ ਕੀ ਸਮਾਨ ਪਾਉਂਦੇ ਹੋ। ਉਹ ਚੀਜ਼ਾਂ ਤਾਂ ਨਹੀਂ ਬਣ ਸਕਦਾ, ਇੱਕ ਪ੍ਰੋਫੈਸ਼ਨਲ ਹੱਥ ਪ੍ਰੋਫੈਸ਼ਨਲ ਹੀ ਹੁੰਦਾ ਜੀ, ਬਹੁਤ ਫਰਕ ਪੈਂਦਾ। ਠੀਕ ਹੈ, ਠੀਕ ਹੈ। ਸੋ ਉਹੀ ਗੱਲ ਹੈ ਜੀ, ਇੱਕ ਬੰਦੇ ਦਾ ਸਾਰਾ ਧਿਆਨ ਜਿੱਥੇ ਇੱਕ ਕੰਮ ਦੇ ਉੱਤੇ ਲੱਗਦਾ ਹੈ, ਉੱਥੇ ਇੱਕ ਦੂਸਰੇ ਬੰਦੇ ਨੇ ਜਿਹਨਾਂ ਨੇ ਸਾਰਾ ਘਰ ਦਾ ਕੰਮ ਵੀ ਕਰਨਾ ਹੈ। ਫਿਰ ਉਹ ਖੈਰ ਚੀਜ਼ਾਂ ਹੁੰਦੀਆਂ ਨੇ ਕਿ ਉਨੀ ਚੀਜ਼ਾਂ ਨਹੀਂ ਬਣ ਪਾਉਂਦੀਆਂ। ਇੱਕ ਪ੍ਰੋਫੈਸ਼ਨਲ ਜਿਹੜਾ ਬੰਦਾ ਹੁੰਦਾ, ਜਿਹਦਾ ਸਾਰਾ ਦਿਨ ਇੱਕ ਸੋਚ ਹੁੰਦੀ ਹੈ, ਸਾਰਾ ਦਿਨ ਉਸਨੇ ਆਪਣਾ ਦਿਮਾਗ ਜਿਹੜਾ ਉਸੇ ਚੀਜ਼ ਨੂੰ ਉੱਤੇ ਲਾ ਕੇ ਰੱਖਣਾ ਹੈ, ਉਹ ਚੀਜ਼ ਵਧੀਆ ਬਣਾ ਪਾਉਂਦਾ ਹੈ। ਜਿਵੇਂ ਕਹਿੰਦੇ ਹੁੰਦੇ ਆ ਕਿ ਇੱਕ ਜਿਹੜਾ ਮੂਰਤੀਕਾਰ ਹੁੰਦਾ ਹੈ, ਉਹ ਬਹੁਤ ਵਧੀਆ ਮੂਰਤੀ ਬਣਾ ਸਕਦਾ ਹੈ, ਪਰ ਉਹ ਓਨਾ ਵਧੀਆ ਗਾਣਾ ਨਹੀਂ ਗਾ ਸਕਦਾ, ਕਿਉਂਕਿ ਉਹਦਾ ਸਾਰਾ ਦਿਮਾਗ ਜਿਹੜਾ ਉਹ ਮੂਰਤੀ ਦੇ ਉੱਤੇ ਲੱਗਿਆ ਹੁੰਦਾ। ਜਿਹੜਾ ਗਾਇਕ ਹੈਗਾ
ਉਹ ਉਨਾ ਵਧੀਆ ਚਿੱਤਰ ਨਹੀਂ ਬਣਾ ਸਕਦਾ, ਉਹ ਇੰਨਾ ਵਧੀਆ ਚਿੱਤਰਕਾਰ ਨਹੀਂ ਹੋ ਸਕਦਾ, ਕਿਉਂਕਿ ਉਹਦਾ ਸਾਰਾ ਜਿਹੜਾ ਦਿਮਾਗ ਹੈਗਾ ਉਹ ਚਿੱਤਰਕਾਰੀ ਦੇ ਉੱਤੇ ਲੱਗਿਆ ਹੁੰਦਾ, ਗਾਣੇ ਦੇ ਉੱਤੇ ਲੱਗਿਆ ਹੁੰਦਾ। ਸੋ ਆਪਣੀ ਆਪਣੀ ਸੋਚ ਹੈਗੀ ਆ ਜੀ, ਪ੍ਰੋਫੈਸ਼ਨਲ ਹੁੰਦਾ ਪ੍ਰੋਫੈਸ਼ਨਲ ਹੀ ਹੁੰਦਾ। ਪਰ ਸਾਨੂੰ ਇਹ ਜ਼ਰੂਰ ਖੁਸ਼ੀ ਹੈਗੀ ਆ ਕਿ ਇੱਕ ਵਾਰੀ ਫੇਰ ਜਿਹੜੀਆਂ ਨੇ ਉਹ ਦੁਕਾਨਾਂ ਨੇ, ਉਹ ਸ਼ੋਰੂਮਸ ਨੇ, ਉਹ ਖੁੱਲ੍ਹੇ ਨੇ ਤੇ ਕੰਮ ਜਿਹੜਾ ਹੈਗਾ ਉਹ ਚਾਲੂ ਹੋ ਗਿਆ ਹੈ। ਅਸੀਂ ਦੁਆ ਕਰਦੇ ਹਾਂ ਕਿ ਕਸਟਮਰਸ ਇੱਕ ਵਾਰੀ ਫੇਰ ਰੌਣਕ ਵਾਪਸ ਲੈ ਕੇ ਆਉਣ ਔਰ ਸਾਰਿਆਂ ਦਾ ਕੰਮ ਚੱਲੇ ਇੱਦਾਂ ਹੀ। ਆਓ ਹੁਣ ਚੱਲਦੇ ਹਾਂ ਅੱਗੇ। ਦੋਸਤੋ, ਚਾਈਨਾ ਤੋਂ ਕਰੋਨਾ ਚੱਲਿਆ ਹੈ ਔਰ ਜਹਾਜ਼ਾਂ ਦੇ ਰਾਹੀਂ ਸਾਰੀ ਦੁਨੀਆ ਦੇ ਵਿੱਚ ਹੌਲੇ-ਹੌਲੇ ਪਹੁੰਚ ਗਿਆ। 23 ਮਾਰਚ ਨੂੰ ਸਾਡੇ ਦੇਸ਼ ਦੇ ਵਿੱਚ ਲੋਕਡਾਊਨ ਐਲਾਨ ਕਰ ਦਿੱਤਾ ਜਾਂਦਾ ਹੈ ਇਸ ਦੇ ਮੱਦੇਨਜ਼ਰ। ਔਰ ਲੋਕਡਾਊਨ ਦੇ ਵਿੱਚ ਕਿਉਂਕਿ ਅੱਜ ਕੱਲ੍ਹ ਇੰਟਰਨੈਟ ਅਵੇਲੇਬਲ ਹੈ, ਸੋ ਬਹੁਤ ਸਾਰੇ ਲੋਕਾਂ ਨੇ ਇਸ ਦਾ ਵਧੀਆ ਫਾਇਦਾ ਚੁੱਕਿਆ ਹੈ। ਕਿਸੇ ਨੇ ਕੁਝ ਬਣਾਉਣਾ ਸਿੱਖਿਆ, ਕਿਸੇ ਨੇ ਕੁਝ ਬਣਾਉਣਾ ਸਿੱਖਿਆ, ਕਿਸੇ ਨੇ ਚਿੱਤਰਕਾਰੀ ਬਣਾਉਣੀ ਸਿੱਖੀ ਹੈ, ਕਿਸੇ ਨੇ ਮੂਰਤੀ ਕਲਾ ਸਿੱਖੀ ਹੈ ਤੇ ਬਹੁਤ ਸਾਰੇ ਲੋਕਾਂ ਨੇ, ਖਾਸ ਤੌਰ ਦੇ ਉੱਤੇ ਲੇਡੀਜ਼ ਨੇ ਪਕਵਾਨ ਬਣਾਉਣੇ ਸਿੱਖੇ ਨੇ। ਸੋ ਅੱਜ ਅਸੀਂ ਪਹੁੰਚੇ ਹੋਏ ਹਾਂ ਚੰਡੀਗੜ੍ਹ ਦੀ ਮਸ਼ਹੂਰ ਗੋਪਾਲ ਸਵੀਟਸ ਦੇ ਬਾਹਰ। ਇਸ ਵਕਤ ਅਸੀਂ ਖੜ੍ਹੇ ਹਾਂ ਤੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕੁਝ ਲੋਕ ਇਹ ਕਹਿੰਦੇ ਆ ਕਿ ਜਿਹੜੀ ਹਲਵਾਈ ਦੀ ਚੀਜ਼ ਹੁੰਦੀ ਆ ਨਾ, ਉਹ ਹਲਵਾਈ ਬਣਾ ਸਕਦਾ, ਭਾਵੇਂ ਅਸੀਂ ਜੋ ਮਰਜ਼ੀ ਬਣਾਉਂਦੇ ਰਹੀਏ, ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਈਏ। ਆਓ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕੀ ਹਲੇ ਵੀ ਲੋਕੀ ਸਹਿਮੇ ਹੋਏ ਨੇ, ਕਿਉਂਕਿ ਕਿਹਾ ਜਾ ਰਿਹਾ ਹੈ ਕਿ ਲੋਕਾਂ ਦੇ ਵੱਲੋਂ ਕਿ ਬਾਹਰ ਦੀ ਚੀਜ਼ ਨਹੀਂ ਖਾਣੀ ਚਾਹੀਦੀ। ਕਿੰਨਾ ਕੁ ਲੋਕਾਂ ਵੱਲੋਂ ਇਸ ਗੱਲ ਦੇ ਲਈ ਡਰ ਹੈ ਮਨ ਦੇ ਵਿੱਚ, ਆਓ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਵਕਤ ਗੋਪਾਲ ਸਵੀਟਸ ਦੇ ਓਨਰ ਮੇਰੇ ਨਾਲ ਮੌਜੂਦ ਨੇ, ਆਓ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਰ, ਕਿਸ ਤਰੀਕੇ ਦੀਆਂ ਤਿਆਰੀਆਂ ਤੁਹਾਡੇ ਵੱਲੋਂ ਕੀਤੀਆਂ ਗਈਆਂ ਨੇ ਕਸਟਮਰਸ ਨੂੰ ਲੈ ਕੇ, ਕੀ ਇਹਤਿਆਤ ਤੁਸੀਂ ਵਰਤ ਰਹੇ ਹੋ? ਸਰ ਐਕਚੁਅਲੀ ਅਸੀਂ ਇਸੇ ਸੀਟਿੰਗ ਤੇ ਦੇ ਹੀ ਨਹੀਂ ਰਹੇ ਕਸਟਮਰ ਨੂੰ, ਬਾਕੀ ਸੈਨੀਟਾਈਜ਼ਰ ਬਾਹਰ ਰੱਖਿਆ ਹੋਇਆ ਸਟੈਂਡ ਵਾਲਾ, ਜਿਹੜਾ ਆਉਂਦੇ ਹੈਂਡ ਵਾਸ਼ ਕਰਕੇ ਸੈਨੀਟਾਈਜ਼ਰ ਨਾਲ। ਕੋਸ਼ਿਸ਼ ਹੁੰਦੀ ਹੈ ਕਸਟਮਰ ਨੂੰ 1 ਬਾਏ 1 ਡੀਲ ਕਰਦੇ ਆ, ਉਹਦੇ ਗੈਪ ਨਾਲ ਚੱਲਣ, ਤੇ ਡੋਰ ਹੈ ਨਹੀਂ ਤਾਂ ਕਿਸੇ ਦਾ ਡਾਇਰੈਕਟ ਕਸਟਮਰ ਅੰਦਰ ਹੈ, ਕਿਸੇ ਨੂੰ ਟੱਚ ਨਾ ਕਰ ਸਕੇ। ਫਿਲਹਾਲ ਤੇ ਵਿਖਾ ਸਕਦੇ ਹੋ ਸੈਨੀਟਾਈਜ਼ਰ ਵਗੈਰਾ ਤੁਹਾਡਾ ਕਿੱਥੇ ਹੈਗਾ? ਇਹ ਦੇਖੋ ਬਾਹਰ ਲੱਗਿਆ ਹੈ ਜੀ, ਬਿਲਕੁਲ ਐਂਟਰੀ ਗੇਟ ਤੇ ਰੱਖਿਆ ਹੋਇਆ। ਅੱਛਾ, ਮੈਨੂੰ ਇਹ ਦੱਸੋ ਕਿ ਕਸਟਮਰਸ ਦੇ ਵੱਲ ਸਾਨੂੰ ਖਾਣੀ ਨਹੀਂ ਚਾਹੀਦੀ, ਤੇ ਲੋਕਡਾਊਨ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ YouTube ਤੋਂ ਹੋਰ ਸਾਰੇ ਸਾਧਨਾਂ ਤੋਂ ਬਹੁਤ ਕੁਝ ਬਣਾਉਣਾ ਵੀ ਸਿੱਖਿਆ ਹੈ। ਘਰ ਟਰਾਈਆਂ ਵੀ ਬਹੁਤ ਸਾਰੇ ਲੋਕਾਂ ਨੇ ਕੀਤੀਆਂ ਨੇ। ਕਈਆਂ ਦੇ ਜਿਹੜੇ ਪੀਜ਼ੇ ਨੇ ਉਹ ਸੜ ਵੀ ਗਏ ਨੇ, ਹੈ ਜੀ, ਤੇ ਕਈਆਂ ਦੇ ਜਿਹੜੇ ਅਚਾਰ ਨੇ ਉਹਨਾਂ ਨੂੰ ਉੱਲੀ ਵੀ ਲੱਗ ਗਈ ਹੈ। ਦੇਖੋ ਜੀ, ਬਣਾਉਣਾ ਇੱਕ ਟੀਵੀ ਦੇਖ ਕੇ ਸਾਡੇ ਵਿੱਚ ਬਹੁਤ ਫਰਕ ਹੈ। ਅਸੀਂ ਪ੍ਰੋਫੈਸ਼ਨਲ ਆ, ਸਾਡੇ ਇੰਨੇ ਸਾਲਾਂ ਦਾ ਐਕਸਪੀਰੀਅੰਸ ਹੈ। ਤੁਸੀਂ ਕਿੱਦਾਂ ਕਰਦੇ, ਠੀਕ ਹੈ, ਤੁਸੀਂ ਟਰਾਈ ਕਰ ਸਕਦੇ ਹੋ, ਪਰ ਉਹ ਥੋੜ੍ਹੀ ਤੁਸੀਂ ਕੁਆਲਿਟੀ ਮੇਨਟੇਨ ਕਰ ਸਕਦੇ ਹੋ। ਇੱਕ ਥੋੜ੍ਹਾ ਠੀਕ ਹੈ, ਲੋਕੀ ਫ੍ਰੀ ਚ ਲੋਕਡਾਊਨ ਵਿੱਚ ਚਲੋ ਟਾਈਮ ਪਾਸ ਤਾਂ ਕਰਨਾ ਹੈ, ਯੂ ਦੇਖਿਆ ਜੋ ਬਣਾ ਲਿਆ, ਪਰ ਉਹ ਤੁਸੀਂ ਪ੍ਰੋਪਰ ਥੋੜ੍ਹੀ ਬਣਾ ਸਕਦੇ ਹੋ। ਕੀ ਕਹਿਣਾ ਚਾਹੋਗੇ? ਕੁਝ ਲੋਕ ਇਹ ਕਹਿੰਦੇ ਨੇ ਕਿ ਬਾਹਰ ਦੀ ਚੀਜ਼ ਨਹੀਂ ਖਾਣੀ ਚਾਹੀਦੀ, ਕੀ ਕਹਿਣਾ ਚਾਹੋਗੇ ਉਹਨਾਂ ਨੂੰ? ਹੁਣ ਤੁਹਾਡੇ ਵੱਲੋਂ ਪੂਰੇ ਇਹਤਿਆਤ ਵਰਤੇ ਜਾ ਰਹੇ ਆ ਕਿ ਡਰਨ ਦੀ ਲੋੜ ਨਹੀਂ ਹੈਗੀ? ਕੋਈ ਡਰਨ ਲੋੜ ਨਹੀਂ ਹੈ। ਕਸਟਮਰ ਟੱਚਵੁੱਡ ਆ ਵੀ ਰਹੇ ਹੈ, ऐसी गल नहीं है। रिस्पॉन्स ठीक मिल रहा है, डे बाय डे इम्प्रूवमेंट हो रही है, ऑर्डर सही आ रही है जी, ठीक है, मतलब डे बाय डे काफ़ी इम्प्रूवमेंट हो रही है। ਲੱਗਦਾ ਗੱਡੀ ਲੀ ਤੇ ਆ ਜੂਗੀ? ਕਿੰਨਾ ਚਿਰ ਲੱਗਦਾ ਵੀ ਕਿੰਨਾ ਚਿਰ ਲੱਗ ਜੂਗਾ ਵੀ ਪਹਿਲਾਂ ਵਰਗਾ ਜਿਹੜਾ ਸਿਸਟਮ ਸੀਗਾ ਉਹ? टाइम लगेगा ये प्रॉपर कुछ कह नहीं सकते जब तक मेडिसिन नहीं आती। और की अवेयर है इस चीज़ में लैके अस भी अवेयर हाँ। कोई बंदा बाहर जाता थोड़ा बहुत दिखे तो ये कि ये है कि अनजान बंदे तो थोड़ा बहुत इन टच ना हो, बाकी कुछ ਸਰ ਜਿੱਦਾਂ ਅਸੀਂ ਵੇਖ ਰਹੇ ਹਾਂ ਕਿ ਬਹੁਤ ਸਾਰੇ ਲੋਕਾਂ ਨੇ ਜਿਹੜੇ ਆਪਣੇ ਕਰਿੰਦੇ ਸੀਗੇ ਉਹ ਵੀ ਉਹਨਾਂ 'ਚ ਵੀ ਕਟੌਤੀ ਕੀਤੀ ਹੈ, ਕਿ ਤੁਸੀਂ ਵੀ ਆਪਣੇ ਜਿਹੜੇ ਕਾਰੀਗਰ ਆ ਉਹਨਾਂ ਦੀ ਕਟੌਤੀ ਕੀਤੀ ਆ? नहीं, कुछ मेरे कुछ स्टाफ तो वैसे कर छुट्टी गया हुआ है, कटौती तो नहीं कह सकते असी अजे, बाकी 10 स्टाफ कोई छुट्टी तो कर गया है कि वैसे कटौती लगानी। ਸਰ ਅਸੀਂ ਵੇਖ ਰਹੇ ਹਾਂ ਡਿਸਪਲੇ ਦੇ ਵਿੱਚ ਬਹੁਤ ਸਾਰੀ ਇੱਥੇ ਸਵੀਟਸ ਲੱਗੀਆਂ ਹੋਈਆਂ ਨੇ, ਕੀ ਇਹਨਾਂ ਦੇ ਵਿੱਚ ਵੀ ਕੁਝ ਕਮੀ ਕੀਤੀ ਗਈ ਹੈ ਸਵੀਟਸ ਨੂੰ ਲੈ ਕੇ ਵੀ? नहीं हाँ, असी एक्चुअली इस टाइम वैरायटी काफ़ी घट बना रहे हैं, मेन वैराइटीज़ बना रहे हैं, क्योंकि लोग किसी इन टच तो है नहीं है, लोग जिन्हें घर खानी होंगी है वही लैके जा रहे हैं। फंक्शंस तो इस टाइम है नहीं है, तो बल्क ऑर्डर तो है नहीं है, तो जो मेन जो साडी मेन ट्रेडिशनल आइटम्स जो असी खाने असी मेन वही बना रहे हैं। जी ज़्यादा फैंसी आइटम्स वो असी बना नहीं रहे, क्योंकि वो तो अजी इन्नी ज़्यादा है नहीं, बेसिक आइटम्स वो बना रहे हैं। ਸੋ ਇਸ ਸਾਲ ਗੋਪਾਲ ਸਵੀਟਸ ਜਿਹੜੇ ਕਿ ਚੰਡੀਗੜ੍ਹ ਦੀ ਫੇਮਸ ਸਵੀਟਸ ਹੈ, ਉਸ ਦੇ ਓਨਰ ਸਾਡੇ ਨਾਲ ਗੱਲ ਕਰ ਰਹੀ ਸੀ। ਇਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਦਾ ਰੁਝਾਨ ਕਸਟਮਰਸ ਦਾ। ਕਸਟਮਰ ਥੋੜ੍ਹੇ ਜਿਹੇ ਘਬਰਾਏ ਜ਼ਰੂਰ ਨੇ, ਉਹ ਕਹਿੰਦੇ ਹੌਲੀ ਹੌਲੀ ਗੱਡੀ ਲੀ ਤੇ ਆ ਜੂਗੀ ਜ਼ਰੂਰ। ਤੇ ਤੁਸੀਂ ਵੇਖ ਸਕਦੇ ਹੋ ਕਿ ਬਹੁਤ ਸਾਰੀਆਂ ਚੀਜ਼ਾਂ ਹਾਲੇ ਡਿਸਪਲੇ ਦੇ ਉੱਤੇ ਇੱਥੇ ਡਿਸਪਲੇ ਕੀਤੀਆਂ ਹੋਈਆਂ ਨੇ। ਹਾਲਾਂਕਿ ਇਹ ਦੱਸ ਰਹੇ ਨੇ ਕਿ ਕੁਝ ਇਹਨਾਂ ਦੇ ਵਿੱਚ ਵੀ ਕਟੌਤੀ ਕੀਤੀ ਗਈ ਹੈ, ਜਿਹੜੀ ਖਾਸ ਤੌਰ ਦੇ ਉੱਤੇ ਡਿਮਾਂਡ ਦੇ ਉੱਤੇ ਚੀਜ਼ਾਂ ਨੇ, ਜਿਵੇਂ ਤੁਸੀਂ ਵੇਖ ਸਕਦੇ ਹੋ ਕਾਜੂ ਬਰਫੀ ਵਗੈਰਾ। ਹੋਰ ਸਰ ਸਵੀਟਸ ਦੀ ਡਿਮਾਂਡਸ ਆ ਰਹੀ ਹੈ ਹਾਲੇ ਵੀ? डिमांड तो है, ठीक है, ਥੋੜੀ ਘੱਟ ਹੈ, ਪਰ हाँ फर्क तो है जी। देखो हर कोई बंदा अवेयर होया, लोग डरे भी हुए हैं, कुछ बाहर निकले भी नहीं रहे। असी आप थोड़े अपने हिसाब नाल थोड़े डरे हुए हैं, सीधी जी गल है, सब दे नाल ही चल रही हैं असी, ठीक है। फिर भी
ਜੀ ਸੋ ਅਸੀਂ ਤਾਂ ਦੁਆ ਇਹੀ ਕਰਦੇ ਹਾਂ ਜੀ ਕਿ ਸਾਰਿਆਂ ਦਾ ਕੰਮ ਵਧੀਆ ਚੱਲੇ, ਕਿਉਂਕਿ ਇਹਨਾਂ ਦੇ ਨਾਲ ਇਹਨਾਂ ਦੇ ਜਿਵੇਂ ਵਿੱਚ ਨਾਲ ਵੇਖ ਸਕਦੇ ਹਾਂ ਕਰਿੰਦੇ ਵੀ ਇਹਨਾਂ ਦੇ ਨਾਲ ਜੁੜੇ ਹੋਏ ਨੇ, ਉਹਨਾਂ ਦੇ ਘਰ ਵੀ ਰੋਟੀ ਪਕੂਗੀ। ਸੋ ਸਾਰਿਆਂ ਦਾ ਕੰਮ ਵਧੀਆ ਚੱਲੇ ਔਰ ਇਹਤਿਆਤ ਵਰਤ ਰਹੇ ਨੇ, ਔਰ ਇਸੇ ਤਰੀਕੇ ਦੇ ਨਾਲ ਕਸਟਮਰ ਨੂੰ ਵੀ ਥੋੜ੍ਹੇ ਜਿਹੇ ਇਹਤਿਆਤ ਵਰਤਣੇ ਚਾਹੀਦੇ ਨੇ। ਬਾਹਰ ਜਾਣ ਲੱਗਿਆਂ ਮਾਸਕ ਜ਼ਰੂਰ ਪਾਉਣੇ ਚਾਹੀਦੇ ਨੇ, ਔਰ ਕੋਈ ਵੀ ਸਮਾਨ ਲੈਣ ਲੱਗਿਆਂ ਜ਼ਰੂਰ ਇਹਤਿਆਤ ਵਰਤਣੇ ਚਾਹੀਦੇ ਨੇ। ਸੈਨੀਟਾਈਜ਼ਰ ਦੇ ਨਾਲ ਹੱਥ ਆਪਣੇ ਜ਼ਰੂਰ ਧੋਣੇ ਚਾਹੀਦੇ ਨੇ। ਹਮਦਰਦ ਟੀਵੀ ਤੇ ਤੁਹਾਡਾ ਸਵਾਗਤ ਹੈ, ਮੈਂ ਹਾਂ ਮਨਦੀਪ ਸਿੰਘ। ਦੋਸਤੋ, ਜੇ ਤੁਸੀਂ ਕਿਸੇ ਗੈਰ ਪੰਜਾਬੀ ਨੂੰ ਪੰਜਾਬੀਆਂ ਬਾਰੇ ਪੁੱਛੋਗੇ ਤਾਂ ਉਸਨੇ ਕਹਿਣਾ ਇੱਕ ਦਸਤਾਰ ਤੇ ਦੂਜਾ ਬੁਲਟ। ਇਹ ਪੰਜਾਬੀਆਂ ਦੀ ਪਹਿਚਾਣ ਬਣ ਚੁੱਕਿਆ ਹੈ। ਹਰ ਇੱਕ ਪੰਜਾਬੀ ਦੀ ਖੁਆਇਸ਼ ਹੁੰਦੀ ਹੈ ਕਿ ਉਸਦੇ ਕੋਲ ਬੁਲਟ ਹੋਵੇ। ਕਰੋਨਾ ਦੇ ਕਾਰਨ ਬਹੁਤ ਸਾਰੇ ਕਾਰੋਬਾਰਾਂ ਦੇ ਉੱਤੇ ਅਸਰ ਪਿਆ, ਅਸੀਂ ਸਾਰੇ ਜਾਣਦੇ ਹਾਂ। ਅੱਜ ਅਸੀਂ ਪਹੁੰਚੇ ਹੋਏ ਹਾਂ ਰਾਇਲ ਐਨਫੀਲਡ ਦੇ ਸ਼ੋਰੂਮ ਦੇ ਵਿੱਚ ਤੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਸ ਤਰੀਕੇ ਦਾ ਅਸਰ ਹੈਗਾ ਰਾਇਲ ਐਨਫੀਲਡ ਨੂੰ ਲੈ ਕੇ, ਖਾਸ ਤੌਰ ਦੇ ਉੱਤੇ ਕਿ ਕਾਰੋਬਾਰ ਦੇ ਉੱਤੇ ਕੋਈ ਅਸਰ ਪਿਆ। ਸਤਿ ਸ਼੍ਰੀ ਅਕਾਲ ਸਰ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਜੀ ਕੀ ਨਾਮ ਹੈਗਾ ਜੀ ਤੁਹਾਡਾ? ਬਲਵਿੰਦਰ ਸਿੰਘ, ਮਨਮੋਹਨ ਆਟੋ ਸਟੋਰ ਚੰਡੀਗੜ੍ਹ ਤੋਂ। ਸਾਡੀ ਇਹ ਕੰਪਨੀ 1957 'ਚ ਮੇਰੇ ਦਾਦਾ ਜੀ ਨੇ ਸਟਾਰਟ ਕੀਤੀ ਸੀ ਔਰ 83 'ਚ ਮੈਂ ਇਹਦੇ 'ਚ ਬੈਠਿਆ ਸੀਗਾ। ਔਰ ਤਾਂ ਤੋਂ ਅੱਜ ਤੱਕ ਦਾ ਜੋ ਵੀ ਸਫ਼ਰ ਦੇਖਿਆ ਮੈਂ, ਲੋਕਡਾਊਨ ਤੋਂ ਇਮੀਡੀਏਟ ਬਾਅਦ ਸਾਡਾ ਰਿਸਪੌਂਸ ਬਹੁਤ ਜ਼ਿਆਦਾ ਘੱਟ ਸੀਗਾ। ਜਦੋਂ ਲੋਕਡਾਊਨ ਖੁੱਲ੍ਹਿਆ 4th ਆਫ ਰੀਸੈਂਟਲੀ ਹਾਂ, ਜਦੋਂ ਇਹ ਖੁੱਲ੍ਹਿਆ ਉਹਦੇ ਬਾਅਦ 12 ਤਰੀਕ ਤੋਂ ਬਾਅਦ ਲੋਕਾਂ ਦੀ ਆਉਣਾ ਜ਼ਿਆਦਾ ਸ਼ੁਰੂ ਹੋ ਗਿਆ ਔਰ ਲੋਕਾਂ ਦਾ ਰੁਝਾਨ ਬੁਲਟ ਵੱਲ ਪਹਿਲੇ ਹੀ ਸੀਗਾ। ਬਟ ਉਹਦੇ ਨਾਲ ਇਹਨਾਂ ਦਾ ਕੀ ਹੋਇਆ ਜੀ ਕਿ ਹੁਣ ਚੰਡੀਗੜ੍ਹ 'ਚ ਇੱਕ ਤਾਂ ਪਿਲੀਅਨ ਰਾਈਡਿੰਗ ਬੈਨ ਹੋ ਗਈ ਹੈ, ਦੂਸਰਾ ਕਾਰ ਵਿੱਚ 3 ਬੰਦੇ ਆ ਗਏ ਹੈ, ਕਾਰ ਪਾਰਕਿੰਗ ਪਲੱਸ ਉਹ ਜਿੰਨੀ ਬੱਸਿਸ ਹੈ ਉਹਦੇ ਵਿੱਚ ਵੀ ਲਿਮਿਟੇਸ਼ਨਸ ਹੈ ਅਤੇ ਲੋਕਾਂ ਦਾ ਰੁਝਾਨ ਰਾਇਲ ਐਨਫੀਲਡ ਵੱਲ ਜ਼ਿਆਦਾ ਆ ਗਿਆ। ਔਰ ਸਾਡੀ ਇਹ ਗੱਡੀ ਅੱਜ ਬੁਕਿੰਗ 'ਤੇ ਹੈ, ਅਸੀਂ ਕਸਟਮਰ ਦੀ ਸਪਲਾਈ ਪੂਰੀ ਨਹੀਂ ਕਰ ਪਾ ਰਹੇ। ਜੀ ਤੁਸੀਂ ਮੰਨਦੇ ਹੋ ਕਿ ਜਿੱਦਾਂ ਹੋਰ ਕਹਿੰਦੇ ਸੀ ਆਟੋਮੋਬਾਈਲਸ ਵਾਲੇ ਕਿ ਕਾਰੋਬਾਰ ਉਹਨਾਂ ਦਾ ਘਟਿਆ ਹੈ, ਪਰ ਤੁਸੀਂ ਕਹਿ ਰਹੇ ਹੋ ਕਿ ਸਾਡੇ ਕੋਲ ਸਪਲਾਈ ਨਹੀਂ ਪਿੱਛੋਂ। ਸਾਡਾ ਅਗਰ ਸਾਨੂੰ ਸਪਲਾਈਜ਼ ਮਿਲ ਜਾਣ ਤਾਂ ਨੈਕਸਟ ਮੰਥ ਅਸੀਂ ਸ਼ਾਇਦ ਪੁਰਾਣੀ ਰਿਕਾਰਡ ਵੀ ਤੋੜ ਸਕਦੇ ਹਾਂ, ਉਹਨੂੰ ਅੱਗੇ ਨਿਕਲ ਜਾਵਾਂਗੇ, ਲਾਸਟ ਈਅਰ ਤੋਂ ਵੀ ਅੱਗੇ ਨਿਕਲ ਜਾਵਾਂਗੇ। ਤੇ ਅਸੀਂ ਵੇਖ ਰਹੇ ਹਾਂ ਕਿ ਇੱਥੇ ਕਸਟਮਰਸ ਆਏ ਹੋਏ ਨੇ, ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਕਿੱਥੋਂ ਆਏ ਤੁਸੀਂ? ਜੀ ਮੈਂ ਪੰਜੌਰ ਤੋਂ ਆਇਆ ਜੀ। ਸਰ ਮਤਲਬ ਕਿ ਇੱਥੇ ਤੁਸੀਂ ਬੁਲਟ ਲੈਣ ਵਾਸਤੇ ਖਾਸ ਤੌਰ ਤੇ? ਬਿਲਕੁਲ ਜੀ, ਮੈਂ ਬਿਲਕੁਲ ਸਪੈਸ਼ਲੀ ਬੁਲਟ ਲੈਣ ਲਈ ਇੱਥੇ ਆਇਆ ਹੈਗਾ ਅਤੇ ਮੈਨੂੰ ਬਹੁਤ ਪਸੰਦ ਹੈ ਸਟਾਰਟਿੰਗ ਤੋਂ ਬੁਲਟ, ਅਤੇ ਇਹਦੇ ਲਈ ਮੈਂ ਪਲਾਨ ਕਰ ਰਿਹਾ। ਠੀਕ ਹੈ। ਤੇ ਕਿਵੇਂ ਵੇਖਦੇ ਹੋ ਜੀ ਵੀ ਲੋਕਡਾਊਨ ਦੇ ਵਿੱਚ ਬਹੁਤ ਸਾਰੇ ਜਿਹੜੇ ਕਾਰੋਬਾਰ ਸੀਗੇ ਉਹ ਬੰਦ ਵੀ ਰਹੇ ਆ, ਅਤੇ ਹੁਣ ਤੁਸੀਂ ਆਏ ਹੋ ਤੇ ਕਦੋਂ ਤੁਸੀਂ ਸੋਚਿਆ ਕਦੋਂ ਸੀਗਾ? ਬਿਫੋਰ ਲੋਕਡਾਊਨ ਮੈਂ ਸੋਚਿਆ ਸੀਗਾ ਕਿ ਮੈਂ ਲੈਣਾ ਹੈਗਾ, ਨਾਲ ਹੀ ਲੋਕਡਾਊਨ ਹੋ ਗਿਆ ਅਤੇ ਫਿਰ ਹੁਣ ਪਲਾਨ ਕਰ ਰਹੇ ਹਾਂ। ਕਾਰੋਬਾਰ 'ਤੇ ਡੈਫੀਨੇਟਲੀ ਅਸਰ ਤਾਂ ਹੈਗਾ, ਬਟ ਸਟਿਲ ਜੋ ਚੋਇਸ ਹੈਗੀ ਹੈ, ਸ਼ੌਂਕ ਹੈਗਾ ਤਾਂ ਪੂਰਾ ਕਰਨਾ ਹੀ ਹੈਗਾ। ਮੇਰੇ ਨਾਲ ਇਸ ਵਕਤ ਇਸ ਸ਼ੋਰੂਮ ਦੇ ਮੈਨੇਜਰ ਵੀ ਮੌਜੂਦ ਨੇ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਕੀ ਨਾਂ ਜੀ ਤੁਹਾਡਾ? ਬਲਵਿੰਦਰ ਸੰਦਲ। ਸਰ ਜੀ ਕਿੱਦਾਂ ਵੇਖਦੇ ਹੋ ਜੀ ਲੋਕਡਾਊਨ ਨੇ ਕਿੰਨਾ ਕੁ ਅਸਰ ਪਾਇਆ ਕਸਟਮਰਸ ਦੇ ਉੱਤੇ? ਅਸਰ ਤਾਂ ਪਿਆ ਹੈ, ਕਾਫੀ ਪਿਆ ਅਸਰ ਤਾਂ, ਪਰ ਜਿਹੜੀ ਸਾਡੇ ਮੋਟਰਸਾਈਕਲ ਦੀ ਥੋੜ੍ਹੀ ਪ੍ਰੋਡਕਸ਼ਨ ਹੈ ਇਸ ਵੇਲੇ ਸਲੋ ਹੈ ਜੀ, ਅਤੇ ਰੀਜ਼ਨ ਹੈ ਕਿ ਉੱਥੇ ਦੀ ਲੀਵਰ ਪ੍ਰੋਬਲਮ ਹੈ ਜਿਹੜੀ ਸਾਨੂੰ ਇਸ ਲਈ ਆਪਣੀ ਮੋਟਰਸਾਈਕਲ ਦੀ ਰਿਸੀਵਿੰਗ ਹੋ ਰਹੀ ਹੈ ਉਹ ਮਾਰਚ ਮਹੀਨੇ ਦੀ ਆ ਰਹੀ ਹੈ ਜੀ, ਅਤੇ ਸਾਡੇ ਇੰਨਾ ਮੋਟਰਸਾਈਕਲ ਨੂੰ ਨਹੀਂ ਫਰਕ ਪਿਆ ਹਾਲੇ, ਪਰ ਬੁਕਿੰਗ 'ਤੇ ਹਾਲੇ ਵੀ ਬੁਲਟ ਸਾਡਾ ਲੋਕਾਂ ਦੇ ਵਿੱਚ ਹਾਲੇ ਵੀ ਕਰੇਜ਼ ਹੈਗਾ। ਹਾਂਜੀ ਕਰੇਜ਼ ਹੈਗਾ ਸਰ। ਕਿਵੇਂ ਆਪਣਾ ਖਿਆਲ ਕਿਵੇਂ ਰੱਖ ਰਹੇ ਹੋ? ਆਪਣੇ ਜਿਹੜੇ ਤੁਹਾਡੇ ਵਰਕਰਸ ਨੇ ਉਹਨਾਂ ਦਾ ਖਿਆਲ ਕਿਵੇਂ ਰੱਖ ਰਹੇ ਹੋ? ਸਰ ਵਰਕਰ ਦੇ ਆਪਣੀ ਪ੍ਰੀਕਾਸ਼ਨ ਦਿੱਤੀਆਂ, ਪਰ ਸੈਨੀਟਾਈਜ਼ ਵਾਸਤੇ ਸਟੈਂਡ ਬਾਹਰ ਰੱਖਿਆ, ਅੱਗੇ ਫਰੰਟ ਰੇਅਰ ਆਪਣਾ ਬੋਟਲ ਸਭ ਕੁਝ ਚਾਹ ਪਾਣੀ ਆਪਣਾ ਹੀ ਯੂਜ਼ ਕਰ ਰਹੇ ਆ। ਹੋਰ ਵੀ ਜਿਹੜੀ ਗੌਰਮੈਂਟ ਵੱਲੋਂ ਪ੍ਰੀਕਾਸ਼ਨ ਹੈ ਸਾਰੀਆਂ ਲੈ ਰਹੇ ਆ ਕਸਟਮਰ। ਜਿੱਦਾਂ ਸਰ ਅਸੀਂ ਵੇਖ ਰਹੇ ਸੀ ਕਿ ਬਹੁਤ ਸਾਰੀ ਏਜੰਸੀਜ਼ ਇਹੋ ਜਿਹੀਆਂ ਨੇ, ਅਜੋ ਅੱਗੇ ਚੱਲਦੇ ਹਾਂ, ਬਹੁਤ ਸਾਰੀਆਂ ਇਹੋ ਜਿਹੀਆਂ ਏਜੰਸੀਜ਼ ਨੇ ਜਿਨ੍ਹਾਂ ਨੇ ਜਿਹੜੇ ਆਪਣੇ ਵਰਕਰਸ ਨੇ ਉਹਨਾਂ ਦੇ ਵਿੱਚ ਕਟੌਤੀ ਵੀ ਕੀਤੀ ਹੈ ਕਿ ਖਾਸ ਤੌਰ ਦੇ ਉੱਤੇ ਬੁਲਟ ਰਾਇਲ ਐਨਫੀਲਡ ਨੇ ਵੀ ਕੁਝ ਇਹੋ ਜਿਹਾ ਕੀਤਾ ਹੈਗਾ। ਕਸਟਮਰਸ ਜਿਹੜੇ ਤੁਹਾਡੇ ਵਰਕਰ ਸੀ ਉਹਨਾਂ ਦੇ ਵਿੱਚ ਕਟੌਤੀ ਕੀਤੀ ਹੈ ਤੁਸੀਂ? ਕੋਈ ਕਟੌਤੀ ਨਹੀਂ ਕੀਤੀ ਅਸੀਂ, ਕੋਈ ਕਟੌਤੀ ਨਹੀਂ ਕੀਤੀ ਹੈ। ਤੇ ਸੈਲਰੀਜ਼ ਵਗੈਰਾ ਸਾਰੀਆਂ ਉੱਦਾਂ ਹੀ ਪ੍ਰੋਪਰ? ਉੱਦਾਂ ਹੀ ਪ੍ਰੋਪਰ ਮਿਲ ਰਹੀਆਂ ਜੀ, ਉਸ ਤਰ੍ਹਾਂ ਹੀ ਪ੍ਰੋਪਰ ਸੈਲਰੀ ਮਿਲ ਰਹੀ ਹੈ, ਕੋਈ ਕਟੌਤੀ ਨਹੀਂ ਕੀਤੀ। ਠੀਕ ਹੈ। ਸੋ ਦੋਸਤੋ ਅਸੀਂ ਅੱਜ ਪਹੁੰਚੇ ਹੋਏ ਸੀ ਸਪੈਸ਼ਲੀ ਰਾਇਲ ਐਨਫੀਲਡ ਦੇ ਸ਼ੋਰੂਮ ਦੇ ਵਿੱਚ। ਸਤਿ ਸ਼੍ਰੀ ਅਕਾਲ ਸਰ। ਹਾਂਜੀ ਸਰ ਤੁਸੀਂ ਇੱਥੇ ਪਤਾ ਕੀ ਕਰਨਾ ਹੈ? ਬੁਲਟ ਦਾ ਪਤਾ ਕਰਨਾ ਹੈ? ਬੁਲਟ ਲੈਣਾ ਹੈ ਤੁਸੀਂ? ਬੁਲਟ ਲਿਆ ਵਾ ਜੀ, ਉਹ ਖਰਾਬ ਨਿਕਲ ਗਿਆ ਸਾਡੇ ਵਾਲਾ, ਮਤਲਬ ਪਰਸੋਂ ਲਿਆ ਤਾਂ ਪਰਸੋਂ ਹੀ ਤਾਂ ਹੀ ਖਰਾਬ ਪਿਆ ਸਾਡਾ ਬੁਲਟ। ਅਸੀਂ ਰੀਪਲੇਸ ਵਾਸਤੇ ਆਏ ਤੇ ਸਾਡਾ ਕੋਈ ਰੀਪਲੇਸ ਨਹੀਂ ਹੋ ਰਿਹਾ, ਨਾ ਸਾਨੂੰ ਕੋਈ ਗਾਈਡਲਾਈਨਸ ਦੇ ਰਹੇ ਹੈ, ਨਾ ਇਹਨਾਂ ਦਾ ਕੋਈ ਮੈਸੇਜ ਆਇਆ ਸਾਨੂੰ। ਅਸੀਂ ਤਾਂ ਦੁਖੀ ਇਤਨੇ ਹੈ ਨਾ। ਹੁਣ ਉੱਥੇ ਇਹਨਾਂ ਦੀ ਜਿੱਥੇ ਵਰਕਸ਼ਾਪ ਹੈ, ਵਰਕਸ਼ਾਪ ਦੇ ਵਿੱਚ ਗਏ ਤੇ ਤਾਂ ਵਰਕਸ਼ਾਪ ਵਾਲਿਆਂ ਨੇ ਕਿਹਾ ਕਿ 3-4 ਦਿਨ ਖੜਾ ਜਾਓ, ਇਹਦਾ ਇਲੈਕਟ੍ਰੋਨਿਕ ਉਹ ਖਰਾਬ ਹੋ ਚੁੱਕਿਆ ਹੈ। ਸਰ ਕੀ ਕਹਿਣਾ ਚਾਹੂੰਗੀ, ਜਿੱਦਾਂ ਕਸਟਮਰ ਦੱਸ ਰਹੇ ਨੇ ਪ੍ਰੋਬਲਮ ਆ ਰਹੀ ਹੈ ਇਹਨਾਂ ਨੂੰ, ਤੇ ਕੋਈ ਵੀ ਬੰਦਾ ਹੈਗਾ ਜੋ ਖਰਚਾ ਹੋਵੇ ਜਿਹਨੇ ਪੈਸਾ ਥੋੜ੍ਹਾ ਜਿਹਾ ਬਿਲਕੁਲ ਸਾਡੇ ਨੇੜੇ ਨਹੀਂ ਆ ਰਿਹਾ ਹੈਗਾ, ਨਾ ਕਾਨੂੰ ਰਿਸਪੌਂਸ ਦੇ ਰਿਹਾ, ਜਦ ਕਿ ਅਸੀਂ ਇਹਨਾਂ ਨੂੰ ਕੈਸ਼ ਇਹਨਾਂ ਦੇ ਅਕਾਊਂਟ 'ਚ 1.5 ਲੱਖ ਰੁਪਏ ਦੇ ਉੱਤੇ ਪਾਤੇ ਵਾ। ਸਰ ਨਾਂ ਕੀ ਤੁਹਾਡਾ? ਰਜਿੰਦਰਪਾਲ ਹੈ ਜੀ। ਸਰ ਕਿੱਥੇ ਹੋਏ ਤੁਸੀਂ? ਹਿਮਾਚਲ ਤੋਂ ਆਏ ਜੀ। ਲੋਕਡਾਊਨ ਲੱਗਿਆ ਵਾ 15 ਤਰੀਕ ਤੱਕ ਤੋਂ ਬਾਅਦ ਸਾਨੂੰ ਬਾਹਰ ਨਹੀਂ ਆਉਣਾ। DC ਤੋਂ 3 ਵਾਰ ਪਰਮਿਸ਼ਨ ਲੈ ਚੁੱਕੇ ਹਨ।
ਸੋ ਦੋਸਤੋ ਜਿਵੇਂ ਅਸੀਂ ਦੱਸ ਰਹੇ ਸੀਗੇ, ਹਰ ਇੱਕ ਜਿਵੇਂ ਭਾਈ ਸਾਹਿਬ ਵੀ ਪੰਜਾਬੀ ਨੇ, ਸਿੱਖ ਨੇ ਤੇ ਸਰਦਾਰ ਨੇ, ਬਹੁਤ ਮਨ ਦੇ ਵਿੱਚ ਤਮੰਨਾ ਹੁੰਦੀ ਹੈ ਤੇ ਅਸੀਂ ਵੀ ਕਹਾਂਗੇ ਕਿ ਜੋ ਵੀ ਇਹਨਾਂ ਦੀ ਪ੍ਰੋਬਲਮ ਹੈਗੀ ਆ ਉਹ ਜਲਦ ਤੋਂ ਜਲਦ ਦੂਰ ਕੀਤੀ ਜਾਵੇ। ਕੈਮਰਾਮੈਨ ਸ਼ਮਸ਼ੇਰ ਸਿੰਘ ਦੇ ਨਾਲ ਚੰਡੀਗੜ੍ਹ ਤੋਂ ਮਨਦੀਪ ਸਿੰਘ ਦੀ ਰਿਪੋਰਟ। ਧੰਨਵਾਦ।